ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਆਨਲਾਈਨ ਗੁਰਮਤਿ ਕਲਾਸ ਵਿੱਚ। ਸਾਰੇ ਵੀਰਾਂ ਭੈਣਾਂ ਨੂੰ ਜੀ ਆਇਆਂ ਆਖਿਆ ਜਾਂਦਾ ਹੈ। ਅੱਜ ਅਸੀਂ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰ ਸਾਂਝੀ ਕਰਾਂਗੇ। ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਅਮੁੱਲਕ ਪ੍ਰਭੂ ਦੇ ਸ਼ੁਭ ਗੁਣਾਂ ਦਾ ਬਹੁਤ ਵੱਡਾ ਇੱਕ ਖਜ਼ਾਨਾ ਹੈ। ਸੁਖਮਨੀ ਇਸ ਪਾਵਨ ਬਾਣੀ ਦਾ ਨਾਮ ਹੈ। ਅਮੁਲਿਕ ਨਾਮ ਇਹ ਰਤਨ ਨੂੰ ਬਿਆਨ ਕਰਦੀ ਹੈ ਔਰ ਪ੍ਰਭੂ ਦੇ ਨਾਮ, ਰੱਬ ਦੇ ਹੁਕਮ ਦੀ ਤਾਰੀਫ ਪੂਰੇ ਪਾਵਨ ਬਾਣੀ ਦੇ ਅੰਦਰ ਕੀਤੀ ਗਈ ਹੈ। ਔਰ ਰਹਾਉ ਦੀ ਪੰਕਤੀ ਦੇ ਵਿੱਚ ਸਮੁੱਚੀ ਬਾਣੀ ਦਾ ਕੇਂਦਰੀ ਭਾਵ ਹੈ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ। ਸੁਖ ਦੇਣ ਵਾਲੀ ਮਨੀ, ਭਾਵ ਕਿ ਸਾਰੇ ਸੁੱਖਾਂ ਦਾ ਸਾਰ ਕੀ ਹੈ? ਅੰਮ੍ਰਿਤ ਪ੍ਰਭ ਨਾਮ, ਪ੍ਰਭੂ ਦਾ ਨਾਮ, ਯਾਨੀ ਪ੍ਰਭੂ ਦਾ ਹੁਕਮ, ਪ੍ਰਭੂ ਦੀ ਰਜ਼ਾ, ਭਾਣੇ ਅਨੁਸਾਰ ਜ਼ਿੰਦਗੀ ਜੀਣਾ, ਰੱਬੀ ਗੁਣਾਂ ਨੂੰ ਮਨ, ਬਚਨ ਔਰ ਕਰਮ ਕਰਕੇ ਧਾਰਨ ਕਰਨਾ, ਇਹ ਸਾਰੇ ਸੁੱਖਾਂ ਦਾ ਸਾਰ ਰਸ ਹੈ। ਤਾਂ ਆਓ ਆਪਾਂ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰ ਆਰੰਭ ਕਰੀਏ। ਗੌੜੀ ਸੁਖਮਨੀ ਮਹਿਲਾ ਪੰਜਵਾਂ। ਸ਼ਲੋਕ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ ਤੋਂ ਭਾਵ ਇੱਕ ਸਰਬ ਵਿਆਪਕ ਪਰਮ ਸੱਤਿਆ, ਜਿਸ ਕਰਕੇ ਸੰਸਾਰ ਦੀ ਉਤਪਤੀ, ਲੈਤਾ, ਪਾਲਣਾ ਔਰ ਸੰਚਾਲਨ ਹੁੰਦਾ ਹੈ। ਇੱਕ ਪ੍ਰਭੂ ਜੋ ਸਾਰੇ ਸੰਸਾਰ ਦੇ ਅੰਦਰ ਸਮਾਇਆ ਹੋਇਆ ਹੈ, ਅਦਿਸ਼ਟਾ ਜਗਤ, ਜਿਸ ਮਾਲਕ ਦਾ ਪ੍ਰਤੱਖ ਰੂਪ ਹੈ। ਕਣ ਕਣ ਦੇ ਵਿੱਚ ਉਹ ਸਮਾਇਆ ਹੈ ਤੇ ਸਤ ਦਾ ਮਤਲਬ ਉਹ ਸदैव ਹੈ, ਅਬਿਨਾਸ਼ੀ ਹੈ। ਐਸੇ ਪ੍ਰਭੂ ਦੇ ਨਾਲ ਸਾਡੀ ਸਾਂਝ ਕਿਵੇਂ ਬਣਦੀ ਹੈ? ਉਹਦੇ ਵਿੱਚ ਅਸੀਂ ਸਮਾ ਕਿਵੇਂ ਸਕਦੇ ਹਾਂ? ਗੁਰ ਪ੍ਰਸਾਦ, ਗੁਰੂ ਦੀ ਰਹਿਮਤ ਰਾਹੀਂ, ਗੁਰੂ ਦੀ ਬਖਸ਼ਿਸ਼ ਨਾਲ, ਯਾਨੀ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਜੇ ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾ ਲਿਆ ਜਾਏ ਤਾਂ ਉਹ ਇਨਸਾਨ ਸਰਬ ਵਿਆਪਕ ਪ੍ਰਭੂ ਦੇ ਅੰਦਰ ਸਮਾ ਕੇ ਉਸ ਰੱਬ ਦਾ ਰੂਪ ਹੋ ਜਾਂਦਾ ਹੈ, ਕਿਉਂਕਿ ਉਹ ਆਪਣੇ ਅੰਦਰੋਂ ਉਹਨਾਂ ਸ਼ੁਭ ਗੁਣਾਂ ਨੂੰ ਪ੍ਰਗਟ ਕਰਦਾ ਹੈ ਜੋ ਉਸ ਮਾਲਕ ਪਿਆਰੇ ਪ੍ਰੀਤਮ ਦੇ ਨੇ, ਔਰ ਆਪਣੇ ਅੰਦਰੋਂ ਹੀ ਉਸ ਮਾਲਕ ਨੂੰ ਵੇਖਦਾ ਹੈ। ਆਦ ਗੁਰੈ ਨਮਹਿ, ਇਸ ਦਾ ਉਚਾਰਨ ਗੁਰ ਏ ਕਰਨਾ ਠੀਕ ਨਹੀਂ ਹੈ। ਗੁਰ ਔਰ ਏ ਨੂੰ ਵੱਖਰਾ ਵੱਖਰਾ ਨਹੀਂ ਕਰਨਾ। ਇਸ ਦਾ ਉਚਾਰਨ ਹੋਏਗਾ ਗੁਰੈ। ਆਦ ਗੁਰੈ ਨਮਹਿ, ਗੁਰੈ ਦਾ ਮਤਲਬ ਗੁਰੂ ਜੀ ਨੂੰ, ਨਮਹਿ ਦਾ ਮਤਲਬ ਨਮਸਕਾਰ, ਤੇ ਗੁਰ ਦਾ ਮਤਲਬ ਵੱਡਾ, ਸਭ ਤੋਂ ਵੱਡਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਆਦ ਦਾ ਮਤਲਬ ਜੋ ਸਭ ਦਾ ਮੁੱਢ ਮੂਲ ਹੈ, ਸਭ ਤੋਂ ਵੱਡੇ ਅਕਾਲ ਪੁਰਖ ਨੂੰ ਨਮਸਕਾਰ ਹੈ, ਜੋ ਸਭ ਦਾ ਮੁੱਢ ਮੂਲ ਹੈ। ਉਸ ਰੱਬ ਨੂੰ ਨਮਸਕਾਰ ਹੈ ਕਿਉਂਕਿ ਉਹ ਸਭ ਤੋਂ ਵੱਡਾ ਹੈ, ਔਰ ਕਿੱਡਾ ਵੱਡਾ ਹੈ ਇਹਦਾ ਅੰਤ ਨਹੀਂ ਪਾਇਆ ਜਾਂਦਾ। ਸੁਣ ਵੱਡਾ ਆਖੇ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਤਾਂ ਸਭ ਤੋਂ ਵੱਡੇ ਪ੍ਰਭੂ ਨੂੰ ਨਮਸਕਾਰ ਹੈ। ਤੇ ਨਮਸਕਾਰ ਕਰਨ ਨੂੰ ਸਮਝ ਲੈਣਾ, ਨਮਸਕਾਰ ਕਰਨ ਦਾ ਮਤਲਬ ਕੇਵਲ ਹੱਥ ਨਾਲ ਹੱਥ ਜੋੜ ਕੇ ਫਤਿਹ ਬੁਲਾ ਦੇਣੀ ਨਹੀਂ ਹੈ। ਨਮਸਕਾਰ ਦਾ ਮਤਲਬ ਹੁੰਦਾ ਹੈ ਉਹਦੀ ਸ਼ਰਨ ਲੈਣੀ, ਚਰਨਾਂ ਦੀ ਸ਼ਰਨ ਲੈਣੀ, ਉਸ ਮਾਲਕ ਦੇ ਅੱਗੇ ਝੁਕਣਾ, ਉਹਦੇ ਹੁਕਮ ਨੂੰ ਮੰਨਣਾ। ਤਾਂ ਜੋ ਸਭ ਦਾ ਮੁੱਢ ਮੂਲ ਹੈ, ਉਸ ਮਾਲਕ ਨੂੰ ਨਮਸਕਾਰ ਹੈ। ਤੇ ਇੱਕ ਗੱਲ ਆਪ ਹੋਰ ਦੇਖੋਗੇ ਕਿ ਇੱਥੇ 4 ਵਾਰੀ ਇਹ ਪਾਵਨ ਸ਼ਬਦ ਆਇਆ ਹੈ, ਆਦ ਗੁਰੈ ਨਮਹਿ, ਜਾਤ ਗੁਰੈ ਨਮਹਿ, ਸਤਿਗੁਰੈ ਨਮਹਿ ਅਤੇ ਸ੍ਰੀ ਗੁਰਦੇਵ ਨਮਹਿ। ਜਦੋਂ ਆਪ ਜਪਜੀ ਸਾਹਿਬ ਨੂੰ ਪੜ੍ਹੋਗੇ ਤਾਂ ਜਪਜੀ ਸਾਹਿਬ ਜੀ ਦੇ ਸ਼ੁਰੂ ਵਿੱਚ ਵੀ ਜੋ ਸ਼ਲੋਕ ਹੈ, ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਜਦੋਂ ਆਮ ਦੁਨੀਆ ਵੱਲ ਵੇਖੋਗੇ ਤਾਂ ਸਮੇਂ ਨੂੰ ਤਿੰਨਾਂ ਕਾਲਾਂ ਦੇ ਵਿੱਚ ਵੰਡਿਆ ਹੈ। ਭੂਤਕਾਲ ਜੋ ਬੀਤ ਗਿਆ, ਵਰਤਮਾਨ ਕਾਲ ਜੋ ਚੱਲ ਰਿਹਾ ਹੈ, ਔਰ ਭਵਿੱਖ ਕਾਲ ਜੋ ਆਉਣ ਵਾਲਾ ਸਮਾਂ ਹੈ। ਸਮੇਂ ਨੂੰ ਤਿੰਨਾਂ ਕਾਲਾਂ ਵਿੱਚ ਵੰਡਿਆ, ਤਿੰਨਾਂ ਰੂਪਾਂ ਵਿੱਚ ਵੰਡਿਆ। ਪਰ ਫਿਰ ਇਹ ਆਦ ਕੀ ਹੋਇਆ? ਜੁਗਾਦ ਸੱਚ ਦਾ ਮਤਲਬ
ਜਦੋਂ ਤੋਂ ਯੁੱਗ ਸ਼ੁਰੂ ਹੋਇਆ, ਸਮਾਂ ਸ਼ੁਰੂ ਹੋਇਆ, ਭੂਤਕਾਲ। ਹੈਪੀ ਸੱਚ ਦਾ ਮਤਲਬ ਇਸ ਵਕਤ, ਵਰਤਮਾਨ ਵਿੱਚ, ਹੋਸੀ ਪੀ ਦਾ ਆਉਣ ਵਾਲੇ ਸਮੇਂ ਵਿੱਚ, ਫਿਰ ਆਦਿ ਕੀ ਹੋਇਆ। ਇਹ ਆਦਿ ਸ਼ਬਦ ਇਹਨਾਂ ਅਰਥਾਂ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿਰਫ ਵਰਤਿਆ ਹੈ ਪਹਿਲੀ ਵਾਰ ਜਗਤ ਵਿੱਚ। ਸਿੱਧਾਂ ਦੇ ਕੋਲ ਜਦ ਗਏ ਨੇ, ਸਿੱਧਾਂ ਦੇ ਨਾਲ ਗੋਸ਼ਟ ਹੋਈ ਹੈ, ਤਾਂ ਜਦੋਂ ਗੁਰੂ ਨਾਨਕ ਦੇਵ ਜੀ ਨੇ ਆਦਿ ਸੱਚ ਜੁਗਾਦ ਸੱਚ ਦੀ ਗੱਲ ਕਹੀ, ਤਾਂ ਜੋ ਆਪਣੇ ਆਪ ਨੂੰ ਮਹਾਨ ਸਮਾਧੀਆਂ ਲਾਉਣ ਵਾਲੇ ਮਹਾਨ ਗਿਆਨਵਾਨ ਸਮਝਦੇ ਸਨ, ਉਹਨਾਂ ਦਾ ਵੀ ਦਿਮਾਗ ਠਣਕਿਆ ਕਿ ਇਹ ਆਦਿ ਕੀ ਹੈ। ਤਾਂ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਅੱਗੇ ਸਵਾਲ ਰੱਖਿਆ, ਆਦਿ ਕੋ ਕਵਨ ਵਿਚਾਰ ਕਥੀਲੇ, ਕਿ ਇਹ ਆਦਿ ਦੀ ਵਿਚਾਰ ਤੁਸੀਂ ਕੀ ਕਥਨ ਕਰਦੇ ਹੋ, ਆਦਿ ਨੂੰ ਕਿੰਨਾ ਅਰਥਾਂ ਵਿੱਚ ਲੈਂਦੇ ਹੋ, ਆਦਿ ਕੀ ਹੈ। ਤਾਂ ਗੁਰੂ ਜੀ ਕਹਿੰਦੇ ਹਨ, ਜਦੋਂ ਇਹ ਸਮਾਂ ਹੋਂਦ ਵਿੱਚ ਨਹੀਂ ਸੀ ਆਇਆ, ਜਦੋਂ ਇਹ ਜਗਤ ਰਚਨਾ ਨਹੀਂ ਸੀ ਹੋਈ, ਉਦੋਂ ਵੀ ਉਹ ਸੀ, ਤੇ ਉਹਨੂੰ ਬਿਆਨ ਕਰਨਾ ਇੰਪੋਸੀਬਲ ਹੈ। ਉਹ ਇੱਕ ਵਿਸਮਾਦ ਦੀ ਦਸ਼ਾ ਹੈ, ਵਿਸਮਾਦ ਦੀ ਦਸ਼ਾ, ਜਿਸ ਬਾਰੇ ਸੋਚ ਕੇ ਕੇਵਲ ਬੰਦਾ ਵਿਸਮਾਦ ਅੰਦਰ ਚਲਾ ਜਾਂਦਾ ਹੈ। ਯਾਨੀ ਸਮੇਂ ਦੀ ਹੋਂਦ ਤੋਂ ਪਾਰ, ਜਗਤ ਰਚਨਾ ਤੋਂ ਵੀ ਪਹਿਲਾਂ ਜੋ ਸੀ, ਕਿਉਂਕਿ ਉਹ ਨੌਨ ਬੀਇੰਗ ਦੀ ਅਵਸਥਾ ਨਹੀਂ ਸੀ। ਜੇ ਅਸੀਂ ਇਹ ਕਹੀਏ ਕਿ ਜਗਤ ਰਚਨਾ ਤੋਂ ਪਹਿਲਾਂ ਕੁਛ ਨਹੀਂ ਸੀ, ਤਾਂ ਇਹ ਗੱਲ ਠੀਕ ਨਹੀਂ ਹੋਏਗੀ, ਕਿਉਂਕਿ ਕੁਛ ਨਹੀਂ ਦੇ ਵਿੱਚੋਂ ਕੁਛ ਪੈਦਾ ਹੀ ਨਹੀਂ ਹੋ ਸਕਦਾ। ਇਹਦਾ ਮਤਲਬ ਪਹਿਲਾਂ ਵੀ ਕੁਛ ਸੀ, ਉਹ ਨੌਨ ਬੀਇੰਗ ਦੀ ਅਵਸਥਾ ਨਹੀਂ ਸੀ, ਉਦੋਂ ਵੀ ਰੱਬ ਸੀ, ਤੇ ਉਹੀ ਪ੍ਰਗਟ ਹੋ ਗਿਆ। ਗੁਰੂ ਜੀ ਨੇ ਫਿਰ ਉੱਤਰ ਦਿੱਤਾ ਹੈ ਅੱਗੇ ਚੱਲ ਕੇ, ਬੜੀ ਪਿਆਰੀ ਵਿਚਾਰ ਹੈ। ਅਵਿਗਤ ਤੋਂ ਨਿਰਮਾਇਲ ਉਪਜੈ, ਨਿਰਗੁਣ ਤੇ ਸਰਗੁਣ ਥੀਆ, ਕਿ ਉਹ ਅਵਿਅਕਤ ਜੋ ਪ੍ਰਭੂ ਹੈ, ਉਹ ਆਪ ਹੀ ਨਿਰਗੁਣ ਤੋਂ ਸਰਗੁਣ ਹੋ ਗਿਆ, ਨਿਰਾਕਾਰ ਤੋਂ ਸਾਕਾਰ ਹੋ ਗਿਆ, ਨਿਰੰਕਾਰ ਤੋਂ ਸੰਸਾਰ ਬਣ ਗਿਆ। ਤਾਂ ਆਦ ਗੁਰ ਹੈ, ਜੋ ਸਭ ਦਾ ਮੁੱਢ, ਅਕਾਲ ਪੁਰਖ, ਗੁਰ ਦਾ ਮਤਲਬ ਵੱਡਾ, ਜੋ ਸਭ ਤੋਂ ਵੱਡਾ, ਸਭ ਦਾ ਮੁੱਢ ਮੂਲ ਹੈ, ਉਹਨੂੰ ਨਮਸਕਾਰ ਹੈ। ਜੁਗਾਦ ਗੁਰੇ ਨਮੈ, ਜੁਗਾਦ ਦੋ ਸ਼ਬਦਾਂ ਤੋਂ ਬਣੇਗਾ, ਜੁਗ ਪਲਸ ਆਦ। ਜੁਗ ਦਾ ਮਤਲਬ ਸਮਾਂ, ਆਦ ਦਾ ਮਤਲਬ ਸ਼ੁਰੂ। ਜਦੋਂ ਸਮਾਂ ਹੋਂਦ ਵਿੱਚ ਆਇਆ, ਜਦੋਂ ਸਮਾਂ ਜਾਣਿਆ ਜਾਣ ਲੱਗਾ, ਜਦੋਂ ਇਹ ਸੰਸਾਰ ਰਚਨਾ ਹੋ ਗਈ, ਜਦੋਂ ਨਿਰਾਕਾਰ ਤੋਂ ਸਾਕਾਰ ਹੋ ਗਿਆ, ਉਦੋਂ ਵੀ ਉਹ ਸੀ ਜੋ ਉਹਨੂੰ ਨਮਸਕਾਰ ਹੈ। ਜੋ ਸਮੇਂ ਦੀ ਹੋਂਦ ਵਿੱਚ ਆਉਣ ਤੋਂ ਬਾਅਦ ਵੀ ਸੀ, ਯਾਨੀ ਭੂਤਕਾਲ ਵਿੱਚ ਵੀ ਸੀ, ਉਸ ਵੱਡੇ ਪ੍ਰਭੂ ਨੂੰ ਨਮਸਕਾਰ ਹੈ। ਸਤਿਗੁਰ ਹੈ ਨਮੈ, ਸਤ ਦਾ ਮਤਲਬ ਜੋ ਸੱਚਾ ਹੈ, ਸदैव ਹੈ, ਉਸ ਪ੍ਰਭੂ ਨੂੰ ਮੇਰੀ ਨਮਸਕਾਰ ਹੈ। ਸ੍ਰੀ ਗੁਰਦੇਵ ਹੈ ਨਮੈ, ਗੁਰਦੇਵ ਹੈ, ਦੇਵ ਦਾ ਮਤਲਬ ਪ੍ਰਕਾਸ਼ ਸਰੂਪ, ਗੁਰ ਦਾ ਮਤਲਬ ਵੱਡਾ, ਜੋ ਵੱਡਾ ਹੈ, ਜੋ ਪ੍ਰਕਾਸ਼ ਸਰੂਪ ਹੈ, ਉਸ ਮਾਲਕ ਨੂੰ ਮੇਰੀ ਨਮਸਕਾਰ ਹੈ। ਤਾਂ ਇਹ ਜੋ ਨਮੈ ਸ਼ਬਦ ਹੈ, ਇਹ ਸੰਪਰਦਾਨ ਕਾਰਕ ਦੇ ਨਾਲ ਵਰਤਿਆ ਜਾਂਦਾ ਹੈ, ਤੇ ਗੁਰੈ ਜੋ ਸ਼ਬਦ ਹੈ, ਇਹ ਸੰਪਰਦਾਨ ਕਾਰਕ ਵਿੱਚ ਹੈ। ਸੰਸਕ੍ਰਿਤ ਵਿੱਚ ਜੋ ਲਫ਼ਜ਼ ਹੈ ਗੁਰ ਤੋਂ, ਸੰਪਰਦਾਨ ਕਾਰਕ ਦੇ ਅੰਦਰ ਗੁਰਵੇ ਬਣ ਜਾਂਦਾ ਹੈ, ਗੁਰਵੇ, ਜੋ ਪੰਜਾਬੀ ਦੇ ਅੰਦਰ ਇੱਥੇ ਗੁਰੈ ਹੈ। ਇਸ ਲਈ ਇਹਨੂੰ ਗੁਰ ਇਹ ਵੱਖਰਾ ਕਰਨਾ ਠੀਕ ਨਹੀਂ ਹੈ, ਸ਼ੁੱਧ ਉਚਾਰਨ ਹੋਏਗਾ, ਆਦ ਗੁਰੈ ਨਮੈ, ਜੁਗਾਦ ਗੁਰੈ ਨਮੈ, ਸਤਿਗੁਰੇ ਨਮਹਿ, ਗੁਰਦੇਵ ਹੈ ਨਮਹਿ, ਉਸ ਪ੍ਰਕਾਸ਼ ਰੂਪ ਵੱਡੇ ਪ੍ਰਭੂ ਨੂੰ ਮੇਰੀ ਨਮਸਕਾਰ ਹੈ। ਤਾਂ ਅੱਗੇ ਅਸ਼ਟਪਦੀ ਆਰੰਭ ਹੁੰਦੀ ਹੈ। ਅਸ਼ਟਪਦੀ ਦਾ ਮਤਲਬ 8 ਪਦਾਂ ਵਾਲੀ ਰਚਨਾ। ਜੋ ਅਸ਼ਟਪਦੀ ਦੇ ਅੰਦਰ ਬਿਆਨ ਕੀਤਾ ਗਿਆ ਹੈ, ਸ਼ਲੋਕ ਦੇ ਅੰਦਰ ਬਿਆਨ ਕੀਤਾ ਗਿਆ ਹੈ, ਉਹਦਾ ਵਿਸਥਾਰ ਅੱਗੇ ਅਸ਼ਟਪਦੀ ਦੇ ਅੰਦਰ ਹੈ। ਉਹ ਜੋ ਵੱਡਾ ਪ੍ਰਭੂ ਹੈ, ਉਹਦੇ ਬਾਰੇ ਅਸ਼ਟਪਦੀ ਦੇ ਅੰਦਰ ਵਿਚਾਰ ਜਿਹੜੀ ਹੈ ਵਿਸਥਾਰ ਦੇ ਨਾਲ ਕੀਤੀ ਗਈ। ਤੇ ਉਹ ਜੋ ਸਭ ਤੋਂ ਵੱਡਾ ਹੈ, ਸਭ ਦਾ ਮੂਲ ਹੈ, ਹਰ ਥਾਂ ਤੇ ਸਮਾਇਆ ਹੋਇਆ ਹੈ, ਜੋ ਸਤ ਹੈ। ਗੁਰੂ ਜੀ ਕਹਿੰਦੇ ਹਨ, ਸਿਮਰੋ ਸਿਮਰ ਸਿਮਰ ਸੁਖ ਪਾਵੋ। ਇਹਨੂੰ ਸਿਮਰੋ ਨਹੀਂ ਪੜਨਾ, ਪਾਵੋ ਨਹੀਂ ਪੜਨਾ, ਇਸ ਦਾ ਉਚਾਰਨ ਨਾਸਕੀ ਹੋਏਗਾ, ਬਿੰਦੀ ਲਗਾ ਕੇ, ਸਿਮਰੋ ਪਾਵੋ, ਮੈਂ ਸਿਮਰਦਾ ਹਾਂ, ਮੈਂ ਪਾਉਂਦਾ ਹਾਂ। ਜੇ ਅਸੀਂ ਪੜਾਂਗੇ ਨਾ ਸਿਮਰੋ, ਤਾਂ ਉਹਦਾ ਮਤਲਬ ਹੋ ਜਾਏਗਾ ਥਰਡ ਪਰਸਨ ਦੇ ਅੰਦਰ ਜਾਂ ਸੈਕੰਡ ਪਰਸਨ ਵਿੱਚ, ਕਿ ਤੁਸੀਂ ਸਿਮਰੋ ਔਰ ਸਿਮਰ ਸਿਮਰ ਕੇ ਸੁਖ ਪਾਓ।
पर अगे चल के असीं देखांगे गुरु नानक देव जी महाराज अपने वास्ते, गुरु अर्जन देव जी ये चीज अपने वास्ते कह रहे ने। ਜਦੋਂ ਅਸੀਂ ਇਸ ਪਦ ਦਾ ਵਿਚਾਰ ਕਰਦੇ ਹੋਏ ਅਖੀਰ ਦੇ ਵਿੱਚ ਪਹੁੰਚਦੇ ਹਾਂ ਨਾ, ਕਾਂਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹਿ ਉਧਾਰੋ। ਉੱਥੇ ਮੋਹਿ ਦੀ ਗੱਲ ਹੋ ਰਹੀ ਹੈ ਮੇਰੀ, ਫਸਟ ਪਰਸਨ ਦੀ, ਇਸ ਲਈ ਇੱਥੇ ਫਸਟ ਪਰਸਨ ਹੈ। ਜਦੋਂ ਅਸੀਂ ਗੁਰਬਾਣੀ ਵਿਆਕਰਨ ਪੜ੍ਹਦੇ ਹਾਂ ਤਾਂ ਸਾਨੂੰ ਇਹਨਾਂ ਨੇਮਾਂ ਬਾਰੇ ਪਤਾ ਲੱਗ ਜਾਂਦਾ ਹੈ। ਇਹ ਸਵਾਲ ਜੇ ਕਿਸੇ ਨੇ ਪੁੱਛਣੇ ਹੋਣ ਤੇ ਆਪ ਕਿਉਂ ਸਚਿਆਰਾ ਗਰੁੱਪ ਦੇ ਵਿੱਚ ਬੋਲ ਕੇ ਜਾਂ ਮੈਸੇਜ ਰਾਹੀਂ ਲਿਖ ਕੇ ਪੁੱਛ ਸਕਦੇ ਹੋ। ਸਿਮਰੋਂ ਸਿਮਰ ਸਿਮਰ ਸੁਖ ਪਾਵੋਂ, ਮੈਂ ਸਿਮਰਦਾ ਹਾਂ ਔਰ ਸਿਮਰ ਸਿਮਰ ਕੇ ਆਤਮਕ ਸੁਖ ਪਾਉਂਦਾ ਹਾਂ। ਹੁਣ ਇੱਥੇ ਸਿਮਰਨ ਨੂੰ ਸਮਝ ਲੈਣਾ ਕਿ ਸਿਮਰ ਕੀ ਹੈ, ਸਿਮਰਨਾ ਜਾਂ ਸਿਮਰਨ ਕੀ ਹੈ। ਸਿਮਰਨ ਸ਼ਬਦ ਦਾ ਅੱਖਰੀ ਅਰਥ ਹੈ ਯਾਦ ਕਰਨਾ, ਯਾਦ ਵਿੱਚ ਟਿਕਾਣਾ, ਯਾਦ ਰੱਖਣਾ। ਯਾਦ ਕਰਨ ਨੂੰ ਸਿਮਰਨ ਕਹਿੰਦੇ ਨੇ। ਸਿਮਰਨ ਦਾ ਮਤਲਬ ਯਾਦ ਕਰਨਾ। ਤੇ ਯਾਦ ਕਰਦਾ ਹਾਂ ਤੇ ਯਾਦ ਕਰ ਕਰਕੇ ਮੈਂ ਸੁਖ ਪਾਉਂਦਾ ਹਾਂ। ਹੁਣ ਦੇਖੋ, ਯਾਦ ਕਿਸ ਚੀਜ਼ ਨੂੰ ਕਰਨਾ ਹੈ ਜਾਂ ਯਾਦ ਕਿਸ ਚੀਜ਼ ਨੂੰ ਰੱਖਣਾ ਹੈ। ਰੱਬ ਨੂੰ ਮੈਂ ਆਪਣੇ ਯਾਦ ਦੇ ਅੰਦਰ, ਸੁਰਤ ਦੇ ਅੰਦਰ ਵਸਾਣਾ ਹੈ। ਕਿਹੜਾ ਰੱਬ? ਜਿਹਨੂੰ ਸ਼ਲੋਕ ਦੇ ਵਿੱਚ ਬਿਆਨ ਕੀਤਾ ਹੈ, ਜੋ ਆਦ ਹੈ, ਯਾਨੀ ਜੋ ਸदैव ਹੈ, ਵੱਡਾ ਹੈ, ਸਭ ਥਾਵਾਂ ਤੇ ਵਿਆਪਕ ਹੈ, ਸਭ ਦਾ ਮੁੱਢ ਮੂਲ ਹੈ, ਜੋ ਪ੍ਰਕਾਸ਼ ਸਰੂਪ ਹੈ, ਉਹਨੂੰ ਯਾਦ ਰੱਖਣਾ ਹੈ, ਸਿਮਰਨਾ ਹੈ, ਯਾਦ ਰੱਖਣਾ ਹੈ। ਹੁਣ ਯਾਦ ਰੱਖਣ ਦੇ ਭਾਵ ਨੂੰ ਸਮਝ ਲੈਣਾ। ਅਸੀਂ ਸਾਰੇ ਕਹਿ ਦਿੰਦੇ ਹਾਂ ਨਾ, ਸਭ ਮੈਂ ਜੋਤ ਜੋਤ ਹੈ ਸੋਏ। ਇਹ ਪੰਕਤੀ ਸਾਨੂੰ ਯਾਦ ਹੈ, ਇੱਕ ਓੰਕਾਰ ਸਾਨੂੰ ਯਾਦ ਹੈ, ਮੂਲ ਮੰਤਰ ਸਾਨੂੰ ਯਾਦ ਹੈ, ਜੋ ਦਿਸੈ ਸੋ ਤੇਰਾ ਰੂਪ ਸਾਨੂੰ ਯਾਦ ਹੈ, ਲੇਕਿਨ ਦਿਮਾਗੀ ਯਾਦ ਹੈ। ਹੁਣ ਇਹਨੂੰ ਵਰਤੋਂ ਦੇ ਵਿੱਚ ਲਿਆਉਣਾ, ਜਦੋਂ ਮੈਂ ਬੋਲਾਂ ਤਾਂ ਮੈਨੂੰ ਪਤਾ ਹੋਵੇ ਕਿ ਮੇਰੇ ਅੰਦਰ ਪ੍ਰਭੂ ਹੈ, ਮੈਂ ਪ੍ਰਭੂ ਵਾਲੇ ਬੋਲ ਬੋਲਣੇ ਨੇ, ਉਹਦੇ ਗੁਣਾਂ ਵਾਲੇ ਬੋਲ ਬੋਲਣੇ ਨੇ, ਉਹਦੇ ਹੁਕਮ ਤੋਂ ਬਾਹਰ ਕੁਛ ਨਹੀਂ ਬੋਲਣਾ। ਸੱਚ ਬੋਲਣਾ ਹੈ, ਸਕਾਰਾਤਮਕ ਬੋਲਣਾ ਹੈ, ਗੁਣਾਂ ਦੀ ਗੱਲ ਕਰਨੀ। ਜਿਹੜਾ ਮੇਰੇ ਸਾਹਮਣੇ ਹੈ, ਕੋਈ ਵੀ ਭੈਣ ਭਰਾ, ਵੀਰ, ਬੱਚੀ, ਬੱਚਾ, ਉਹਦੇ ਅੰਦਰ ਰੱਬ ਵਸ ਰਿਹਾ ਹੈ, ਤਾਂ ਮੈਂ ਇਹ ਚੀਜ਼ ਸਮਝ ਕੇ ਬੋਲਣਾ ਕਿ ਮੈਂ ਕਿਸੇ ਰੱਬ ਦੇ ਰੂਪ ਦੇ ਨਾਲ ਗੱਲ ਕਰ ਰਿਹਾ ਹਾਂ। ਉਹਨੂੰ ਮੈਂ ਯਾਦ ਰੱਖਣਾ ਹੈ ਕਿ ਉਹ ਹਰ ਥਾਂ ਤੇ ਵਿਆਪਕ ਹੈ। ਗੁਰਦੁਆਰਾ ਸਾਹਿਬ ਜਦੋਂ ਮੈਂ ਜਾਂਦਾ ਹਾਂ, ਅਰਦਾਸ ਕਰਦਾ ਹਾਂ, ਮੈਨੂੰ ਯਾਦ ਹੁੰਦਾ ਹੈ ਕਿ ਰੱਬ ਇੱਥੇ ਹੈ। ਤੇ ਮੈਨੂੰ ਇਹ ਯਾਦ ਰੱਖਣ ਦੀ ਲੋੜ ਹੈ, ਜਦੋਂ ਮੈਂ ਠੇਕੇ ਵੱਲ ਜਾਂਦਾ ਤੇ ਰੱਬ ਉੱਥੇ ਵੀ ਹੈ। ਜਦੋਂ ਮੈਂ ਕਿਸੇ ਨੂੰ 5 ਰੁਪਏ ਦੇ ਕੇ ਅਨਾਉਂਸ ਕਰਾਉਂਦਾ ਹਾਂ ਨਾ ਕਿ ਇੱਥੇ ਰੱਬ ਹੈ, ਤੇ ਜਦੋਂ ਮੈਂ ਕਿਸੇ ਦੇ ਖੂੰਦਾ ਤੇ ਮੈਨੂੰ ਯਾਦ ਰੱਖਣਾ ਚਾਹੀਦਾ ਵੀ ਰੱਬ ਉੱਥੇ ਵੀ ਹੈ। ਅਸੀਂ ਗ੍ਰੰਥੀ ਸਾਹਿਬਾਨ ਨੂੰ 5 ਪਾਉਂਡ ਦੇ ਕੇ 2-4 ਅਰਦਾਸ ਕਰਾਉਂਦੇ ਆ ਨਾ, ਤੇ ਜਦੋਂ 22 ਦੀ ਵੇ ਜੇ ਕਿਸੇ ਗ੍ਰੰਥੀ ਨੂੰ ਅਰਦਾਸ ਕਰਨ ਦੇ ਵਿੱਚ ਨਾਮ ਉਹਦਾ ਭੁੱਲ ਜਾਏ, ਅਰਦਾਸ ਦੇਣ ਵਾਲੇ ਦਾ, ਤੇ ਜੋ ਕੁਝ ਅਸੀਂ ਬਾਅਦ ਵਿੱਚ ਕਰਦੇ ਹਾਂ ਉਦੋਂ ਵੀ ਯਾਦ ਰੱਖਣਾ ਚਾਹੀਦਾ ਕਿ ਰੱਬ ਉਦੋਂ ਵੀ ਸੁਣਦਾ ਹੈ। ਕਹਿਣ ਤੋਂ ਭਾਵ ਕਿ ਉਹਨੂੰ ਯਾਦ ਰੱਖਣਾ ਹਰ ਵਕਤ। ਅੱਖਾਂ ਨਾਲ ਮੈਂ ਕੀ ਵੇਖਣਾ, ਮੈਨੂੰ ਯਾਦ ਹੋਵੇ ਰੱਬ ਹੈ। ਕੰਨਾਂ ਨਾਲ ਮੈਂ ਕੀ ਸੁਣਨਾ ਹੈ, ਹੱਥਾਂ ਨਾਲ ਮੈਂ ਕੀ ਕੰਮ ਕਰਨੇ ਨੇ, ਪੈਰਾਂ ਨਾਲ ਮੈਂ ਕਿੱਧਰ ਜਾ ਰਿਹਾ, ਮਨ ਕਰਕੇ ਮੈਂ ਕੀ ਸੋਚ ਰਿਹਾ ਹਾਂ, ਹਰ ਵਕਤ ਉਹਨੂੰ ਯਾਦ ਰੱਖਣਾ। ਫਿਰ ਉਹਨੂੰ ਯਾਦ ਰੱਖ ਕੇ ਮੈਨੂੰ ਕੀ ਮਿਲਦਾ, ਸੁਖ ਪਾਵੋਂ, ਮੈਂ ਸੁਖ ਪਾਉਂਦਾ ਹਾਂ। ਹੁਣ ਇਸ ਗੱਲ ਨੂੰ ਧਿਆਨ ਨਾਲ ਸਮਝਣਾ। ਜਦੋਂ ਮੇਰੀ ਯਾਦ ਦੇ ਅੰਦਰ ਸੱਚ ਹੋਏਗਾ, ਦਇਆ ਹੋਏਗੀ, ਪ੍ਰੇਮ ਹੋਏਗਾ, ਇਨਸਾਨੀਅਤ ਹੋਏਗੀ, ਉਦੋਂ ਮੇਰੇ ਮਾਨਸਿਕ ਮੰਡਲ ਵਿੱਚ ਸੁਖ ਵੀ ਹੋਵੇਗਾ। ਮੈਂ ਸੁਖੀ ਹੋਵਾਂਗਾ, ਸ਼ਾਂਤ ਹੋਵਾਂਗਾ। ਤੇ ਜੇ ਮੈਂ ਉਸ ਨੂੰ ਭੁਲਾ ਦਿਆਂ, ਉਹਦੇ ਗੁਣਾਂ ਨੂੰ, ਮੇਰੇ ਜੀਵਨ ਵਿੱਚ ਈਰਖਾ, ਦਵੈਸ਼, ਵੈਰ ਵਿਰੋਧ ਹੋਵੇ, ਤਾਂ ਉਦੋਂ ਮੇਰੇ ਜੀਵਨ ਅੰਦਰ ਦੁੱਖ ਪੈਦਾ ਹੋ ਜਾਣਗੇ। ਇਸ ਲਈ ਗੁਰੂ ਜੀ ਕਹਿੰਦੇ ਹਨ, ਮੈਂ ਉਸ ਪ੍ਰਭੂ ਨੂੰ ਹਮੇਸ਼ਾ ਯਾਦ ਰੱਖਦਾ ਹਾਂ, ਉਹਦੀ ਹੋਂਦ ਨੂੰ ਮਹਿਸੂਸ ਕਰਦਾ ਹਾਂ, ਉਹਦੇ ਗੁਣਾਂ ਨੂੰ ਮੈਂ ਆਪਣੇ ਚੇਤੇ ਵਿੱਚ ਵਸਾਇਆ ਹੈ, ਉਹਨੂੰ ਸਿਮਰਦਾ ਹਾਂ, ਯਾਦ ਰੱਖਦਾ ਹਾਂ ਤੇ ਸੁਖ ਪਾਉਂਦਾ ਹਾਂ। ਕਲ ਕਲੇਸ਼ ਤਨ ਮਾਹੇ ਮਿਟਾਵੋਂ, ਮਿਟਾਵੋਂ ਦਾ ਮਤਲਬ ਮੈਂ ਮਿਟਾਉਂਦਾ ਹਾਂ, ਮੈਂ ਉਹਨੂੰ ਸਿਮਰਾਂ, ਸਿਮਰ ਸਿਮਰ ਕੇ ਸੁਖ ਪਾਵਾਂ, ਔਰ ਇਸ ਤਰ੍ਹਾਂ ਮੈਂ ਆਪਣੇ ਤਨ ਦੇ ਅੰਦਰੋਂ ਕਲ ਕਲੇਸ਼ ਨੂੰ ਮਿਟਾ ਲਵਾਂ ਜਾਂ ਮਿਟਾ ਲੈਂਦਾ ਹਾਂ।
ਦੇਖੋ ਕਿੰਨਾ ਸੌਖਾ ਸਾਧਨ ਦੱਸਿਆ ਹੈ। ਅਸੀਂ ਕਹਿੰਦੇ ਆ ਨਾ ਕਿ ਸਾਡੀ ਜ਼ਿੰਦਗੀ ਵਿੱਚ ਕੱਲ ਕਲੇਸ਼ ਹੈ, ਤੇ ਹੈ ਵੀ ਹੈ। ਸਾਡੇ ਪਰਿਵਾਰਾਂ ਵਿੱਚ, ਅੜੋਸ ਪੜੋਸ ਵਿੱਚ, ਸਮਾਜ ਅੰਦਰ, ਰਾਜਨੀਤੀ ਵਿੱਚ ਚਾਰ ਚੁਫੇਰੇ ਕੋਈ ਨਾ ਕੋਈ ਕਲੇਸ਼ ਪਿਆ ਹੀ ਰਹਿੰਦਾ ਹੈ। ਔਰ ਫਿਰ ਧਰਮ ਦੇ ਨਾਮ ਦੇ ਉੱਤੇ ਜਿੰਨਾ ਕਲੇਸ਼ ਪੈਂਦਾ ਹੈ, ਇੰਨਾ ਕਲੇਸ਼ ਤੇ ਕਿਤੇ ਵੀ ਨਹੀਂ। ਤੋਬਾ ਮੇਰੇ ਖੁਦਾ ਦੀ, ਧਰਮ ਦੇ ਨਾਮ ਤੇ ਕਿੰਨੇ ਕਤਲ ਹੋਏ ਨੇ, ਕਤਲੋ ਗਾਰਤ ਹੋਈ ਹੈ। ਅੱਜ ਵੀ ਧਰਮ ਦੇ ਨਾਮ ਦੇ ਉੱਤੇ ਕਿਤਨੇ ਵਾਦ ਵਿਵਾਦ ਨੇ, ਚਾਹੇ ਉਹ ਹਿੰਦੂ ਵੀਰਾਂ ਦੇ ਨੇ, ਚਾਹੇ ਈਸਾਈਆਂ ਦੇ ਨੇ, ਮੁਸਲਮਾਨਾਂ ਦੇ ਨੇ, ਸਿੱਖਾਂ ਦੇ ਨੇ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਇੱਕ ਇੱਕ ਹਰ ਧਰਮ ਦੇ ਅੰਦਰ ਧਰਮ ਦੇ ਨਾਮ ਦੇ ਉੱਤੇ ਵਾਦ ਵਿਵਾਦ ਵੇਖੇ ਜਾ ਸਕਦੇ ਨੇ। ਜੋ ਧਰਮ ਨੂੰ ਮੰਨਣ ਵਾਲੇ ਨੇ, ਮੈਂ ਉਹਨਾਂ ਦੀ ਗੱਲ ਕਰ ਰਿਹਾ। ਜੋ ਨਹੀਂ ਮੰਨਦੇ ਉਹ ਤੇ ਵੱਖਰੇ ਨੇ। ਫਿਰ ਧਰਮ ਕਿੱਥੇ ਗਿਆ? ਜੇ ਧਰਮੀ ਅਖਵਾਨ ਵਾਲੇ ਲੋਕ ਉਹ ਵੀ ਲੜਦੇ ਹੋਣ, ਉਹਨਾਂ ਦੀ ਜ਼ਿੰਦਗੀ ਵਿੱਚ ਵੀ ਕਲੇਸ਼ ਹੋਵੇ, ਤਾਂ ਫਿਰ ਧਰਮ ਇੱਕ ਵਿਖਾਵਾ ਰਹਿ ਗਿਆ ਨਾ। ਜੇ ਅਸੀਂ ਇਹ ਕਹੀਏ ਕਿ ਹਰ ਇੱਕ ਦੇ ਅੰਦਰ ਰੱਬ ਦੀ ਜੋਤ ਹੈ, ਇਹ ਗੱਲ ਕਹਿਣ ਵਾਲੇ ਦੋਵੇਂ ਇੱਕ ਦੂਜੇ ਦੇ ਨਾਲ ਲੜ ਰਹੇ ਹੋਣ ਤੇ ਅੱਧੇ ਘੰਟੇ ਬਾਅਦ ਉਹ ਕਹਿ ਰਹੇ ਹੋਣ ਸਭ ਮੈਂ ਜੋਤ ਜੋਤ ਹੈ ਸੋਏ, ਤੇ ਫਿਰ ਪ੍ਰੋਬਲਮ ਤਾਂ ਹੈ ਨਾ। ਇਹਦਾ ਮਤਲਬ ਉਹਨਾਂ ਦੀ ਯਾਦ ਦੇ ਅੰਦਰ ਉਹ ਚੀਜ਼ ਨਹੀਂ, ਦਿਮਾਗੀ ਹੈ, ਗੱਲਾਂ ਨੇ, ਹਵਾਈ ਗੱਲਾਂ ਨੇ। ਤਾਂ ਕੱਲ ਕਲੇਸ਼ ਤਨ ਮਾਹੇ ਮਿਟਾਵੋ, ਮੈਂ ਆਪਣੀ ਜ਼ਿੰਦਗੀ ਚੋਂ ਕੱਲ ਕਲੇਸ਼ ਮਿਟਾ ਲਵਾਂ। ਕਿਵੇਂ ਮਿਟਣਗੇ ਇਹ ਚੀਜ਼ਾਂ? ਆਪਾਂ ਨਾਲ ਨਾਲ ਵਿਚਾਰਦੇ ਜਾਣਾ ਹੈ, ਕਿਉਂਕਿ ਇੱਥੇ ਕੋਈ ਕਥਾ ਨਹੀਂ ਹੈ। ਇੱਥੇ ਤਾਂ ਅਸੀਂ ਕਲਾਸ ਵਿੱਚ ਸਮਝ ਰਹੇ ਹਾਂ ਨਾ ਬਾਣੀ ਨੂੰ, ਜੀਵਨ ਜਾਤ ਸਿੱਖਣੀ। ਤਾਂ ਦੇਖੋ, ਜੇ ਮੇਰੀ ਤੁਹਾਡੇ ਨਾਲ ਈਰਖਾ ਹੈ ਤੇ ਇਸ ਈਰਖਾ ਕਰਕੇ ਵਾਦ ਵਿਵਾਦ ਹੈ, ਤੇ ਮੈਂ ਇਸ ਈਰਖਾ ਨੂੰ ਜੇ ਮਿਟਾਉਣਾ ਚਾਹਨਾ ਤਾਂ ਮੈਂ ਰੱਬ ਦਾ ਗੁਣ ਜੋ ਪ੍ਰੇਮ ਹੈ, ਲਵ ਇਜ਼ ਗੋਡ, ਪ੍ਰੇਮ ਹੀ ਰੱਬ ਹੈ, ਮਿੱਠ ਬੋਲੜਾ ਜੀ ਹਰ ਸਿਰਜਣ ਸੁਆਮੀ ਮੋਰਾ, ਤੇ ਇਸ ਗੁਣ ਨੂੰ ਜੇ ਮੈਂ ਆਪਣੀ ਸੋਚ ਵਿੱਚ ਵਸਾ ਲਵਾਂ ਤੇ ਈਰਖਾ ਖਤਮ ਹੋ ਜਾਏਗੀ। ਜੇ ਝੂਠ ਕਰਕੇ ਕਿਤੇ ਘਰ ਵਿੱਚ ਕਲੇਸ਼ ਹੈ, ਜਾਂ ਸਮਾਜ ਵਿੱਚ, ਜਾਂ ਰਾਜਨੀਤੀ ਵਿੱਚ, ਤੇ ਰੱਬ ਦਾ ਗੁਣ ਹੈ ਨਾ ਸੱਚ, ਜੇ ਮੈਂ ਸੱਚ ਨੂੰ ਆਪਣੀ ਸੋਚ ਵਿੱਚ ਵਸਾ ਲਵਾਂ, ਝੂਠ ਵਾਲਾ ਜਿਹੜਾ ਕਲੇਸ਼ ਹੈ ਖਤਮ ਹੋ ਜਾਏਗਾ। ਕਿੰਨਾ ਸੌਖਾ ਸਾਧਨ ਗੁਰੂ ਜੀ ਨੇ ਸਾਨੂੰ ਆਤਮਿਕ ਸ਼ਾਂਤੀ ਵਾਸਤੇ, ਮਾਨਸਿਕ ਸ਼ਾਂਤੀ ਲਈ, ਆਤਮਿਕ ਜੀਵਨ ਲਈ ਦੱਸਿਆ ਹੈ। ਸਿਮਰੋਂ ਜਾਸ ਬਿਸੁੰਭਰ ਏਕੈ, ਜਾਸ ਦਾ ਮਤਲਬ ਜਿਸ ਨੂੰ, ਬਿਸੁੰਭਰ ਦਾ ਮਤਲਬ, ਇਹ ਹਿੰਦੀ ਦਾ ਸ਼ਬਦ, ਹਿੰਦੀ ਵਿੱਚ ਹੁੰਦਾ ਵਿਸ਼ਵੰਭਰ, ਪੰਜਾਬੀ ਚ ਹੋ ਜਾਂਦਾ ਵਿਸੁੰਭਰ। ਵਿਸੁੰਭਰ ਦਾ ਮਤਲਬ ਵਿਸ਼ਵ ਦਾ ਭਰਨ ਪੋਸ਼ਣ ਕਰਨ ਵਾਲਾ ਪਾਲਕ, ਜਿਹੜਾ ਸਾਰੇ ਸੰਸਾਰ ਦੇ ਜੀਵ ਜਨਤਾ ਨੂੰ ਪਾਲਦਾ ਹੈ। ਤਾਂ ਜਿਸ ਜਗਤ ਪਾਲਕ ਦਾ ਨਾਮ ਸਾਰੇ ਸਿਮਰਦੇ ਨੇ, ਮਤਲਬ ਜਿਹਨੂੰ ਸਾਰੇ ਯਾਦ ਰੱਖਦੇ ਨੇ, ਜਿਹਦੇ ਹੁਕਮ ਰਜ਼ਾ ਦੇ ਅੰਦਰ ਸਾਰਾ ਸੰਸਾਰ ਚੱਲ ਰਿਹਾ ਹੈ, ਰੱਬ ਦੀ ਰਜ਼ਾ ਵਿੱਚ ਚੱਲ ਰਿਹਾ ਨਾ ਸਾਰਾ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਰੱਬੀ ਰਜ਼ਾ ਦੇ ਅੰਦਰ ਸਾਰਾ ਸੰਸਾਰ ਚੱਲਦਾ ਹੈ। ਪੌਣ ਪਾਣੀ ਬੈਸੰਤਰ ਉਸ ਰੱਬੀ ਹੁਕਮ ਦੇ ਵਿੱਚ ਨੇ, ਹੁਕਮੇ ਅੰਦਰ ਸਭ ਕੋ। ਤਾਂ ਗੁਰੂ ਜੀ ਕਹਿੰਦੇ ਨੇ, ਮੈਂ ਉਸ ਪ੍ਰਭੂ ਦੇ ਗੁਣ ਗਾਉਂਦਾ ਹਾਂ। ਸਿਮਰੋਂ ਜਾਸ ਵਿਸੁੰਭਰ ਏਕੈ, ਨਾਮ ਜਪਤ ਅਗੰਤ ਅਨੇਕੈ। ਅਨੇਕਾਂ ਹੀ ਜਿਸ ਤੇ ਨਾਮ ਨੂੰ ਜਪਤ ਜਾਣਦੇ ਨੇ, ਜਪਤ ਜਪਣਾ ਜਾਣਨਾ। ਅਸੀਂ ਨਾਮ ਨੂੰ ਜਾਣਨ ਦਾ ਯਤਨ ਕਰਨਾ ਹੈ। ਨਾਮ ਦਾ ਮਤਲਬ ਹੁਕਮ। ਦੇਖੋ, ਜਦੋਂ ਤੁਸੀਂ ਭਾਈ ਕਾਨ੍ਹ ਸਿੰਘ ਜੀ ਨਾਭਾ ਦੁਆਰਾ ਲਿਖਿਤ ਮਹਾਨ ਕੋਸ਼ ਨੂੰ ਪੜੋਗੇ, ਜਾਂ ਗੁਰੂ ਗ੍ਰੰਥ ਵਿਚਾਰ ਕੋਸ਼ ਨੂੰ ਪੜੋਗੇ, ਜਾਂ ਡਾਕਟਰ ਗੁਰਚਰਨ ਸਿੰਘ ਜੀ ਨੇ ਜੋ ਕੋਸ਼ ਲਿਖਿਆ ਹੈ, ਜਾਂ ਭਾਈ ਵੀਰ ਸਿੰਘ ਨੇ ਲਿਖਿਆ ਹੈ, ਤਾਂ ਇਹਨਾਂ ਦੇ ਵਿੱਚ ਨਾਮ ਸ਼ਬਦ ਦੇ ਆਪ ਨੂੰ ਬਹੁਤ ਸਾਰੇ ਅਰਥ ਮਿਲਣਗੇ। ਨਾਮ ਦਾ ਮਤਲਬ ਇੱਕ ਤਾਂ ਨਾਮ ਹੁੰਦਾ ਹੈ, ਜਿਵੇਂ ਮੋਹਰ ਸਿੰਘ, ਕਿਰਪਾਲ ਸਿੰਘ, ਜਾਂ ਜਿਵੇਂ ਅੰਮ੍ਰਿਤਸਰ ਸਾਹਿਬ, ਜੋ ਵਸਤੂਆਂ ਦੇ ਨਾਮ ਨੇ, ਜਾਂ ਸ਼ਹਿਰਾਂ ਦੇ, ਜਾਂ ਬੰਦਿਆਂ ਦੇ ਨਾਮ ਨੇ। ਅੱਗੋਂ ਇਹ ਨਾਮ ਦੋ ਤਰ੍ਹਾਂ ਦੇ ਨੇ। ਇੱਕ ਭਾਵਵਾਚਕ ਨਾਮ ਹੈ, ਜਿਸ ਨਾਲ ਫਲਾਣਾ ਬੰਦਾ ਬੜਾ ਸੋਹਣਾ, ਜਾਂ ਭੈੜਾ, ਚੰਗਾ ਜਾਂ ਮਾੜਾ। ਨਾਮ ਦਾ ਮਤਲਬ ਹੁਕਮ ਵੀ ਹੈ, ਨਾਮ ਦਾ ਮਤਲਬ ਉਪਦੇਸ਼ ਵੀ ਹੈ, ਨਾਮ ਸ਼ਬਦ ਰੱਬ ਵਾਸਤੇ ਵੀ ਆਇਆ ਹੈ। ਇਸ ਤਰ੍ਹਾਂ ਨਾਮ ਸ਼ਬਦ ਦੇ ਕਈ ਸਾਰੇ ਅਰਥਾਂ ਦੇ ਵਿੱਚ ਨਾਮ ਸ਼ਬਦ ਨੂੰ ਵਰਤਿਆ ਗਿਆ ਹੈ। ਤਾਂ ਜਪਤ ਦਾ ਮਤਲਬ ਹੁੰਦਾ ਹੈ ਜਾਣਨਾ, ਚੱਲਣਾ। ਜਿਵੇਂ ਅਸੀਂ ਕਹਿੰਦੇ ਹਾਂ, ਯਾਰ ਮੈਨੂੰ ਸੱਟ ਲੱਗ ਗਈ, ਡਿੱਗ ਪਿਆ, ਤੇ ਅਗਲਾ ਕਹਿੰਦਾ ਵੀ ਤੈਨੂੰ ਨਹੀਂ ਸੀ ਜਾਪਦਾ ਕਿ ਅੱਗੇ ਟੋਇਆ ਇਹਦੇ ਵਿੱਚ ਡਿੱਗ ਜਾਏਗਾ। ਜੇ ਬੰਦਾ ਕਵੇ ਕਿ ਮੈਨੂੰ ਪਿਆਸ ਲੱਗੀ, ਤੇ ਯਾਰ ਤੈਨੂੰ ਨਹੀਂ ਜਾਪਦਾ ਕਿ ਪਾਣੀ ਪੀਣ ਤੋਂ ਬਿਨਾਂ ਪਿਆਸ ਲੱਗਦੀ ਹੈ, ਜਾਂ ਤੈਨੂੰ ਨਹੀਂ ਜਾਪਦਾ ਕਿ ਮੈਂ ਪਾਣੀ ਪੀਵਾਂਗਾ ਤੇ ਪਿਆਸ ਮਿਟ ਜਾਏਗੀ।
ਤਾਂ ਨਾਮ ਜਪਤ ਜਿਸ ਦੇ ਹੁਕਮ ਦੇ ਅੰਦਰ ਅਨੇਕਾਂ ਅਣਗਿਣਤ ਜੀਵ ਚੱਲ ਰਹੇ ਨੇ, ਪਹਿਲੀ ਗੱਲ। ਦੂਜੀ ਗੱਲ, ਜਿਸ ਪ੍ਰਭੂ ਦੇ ਹੁਕਮ ਵਿੱਚ ਅਨੇਕਾਂ ਜੀਵ ਚੱਲਦੇ ਨੇ, ਮੈਂ ਵੀ ਉਸ ਪ੍ਰਭੂ ਦੇ ਨਾਮ ਨੂੰ, ਹੁਕਮ ਨੂੰ ਸਿਮਰਦਾ ਹਾਂ, ਯਾਦ ਕਰਦਾ ਹਾਂ, ਉਹਦੇ ਹੁਕਮ ਦੇ ਵਿੱਚ ਤੁਰਦਾ ਹਾਂ, ਉਹਦੇ ਗੁਣਾਂ ਨੂੰ ਗਾਉਂਦਾ ਹਾਂ। ਨਾਮ ਦਾ ਮਤਲਬ ਹੁਕਮ ਵੀ ਹੈ, ਉਹਦੇ ਗੁਣਾਂ ਨੂੰ ਜਾਣਨਾ, ਉਹਦੇ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾਣਾ ਔਰ ਰੱਬੀ ਹੁਕਮ ਦੇ ਅੰਦਰ ਤੁਰਨਾ ਹੀ ਨਾਮ ਜਪਣਾ ਹੈ। ਜਿਵੇਂ ਅਸੀਂ ਜਪਜੀ ਸਾਹਿਬ ਜੀ ਦੇ ਵਿੱਚ ਪੜ੍ਹ ਆਏ ਹਾਂ ਕਿ ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ, ਕਿ ਤੇਰੇ ਗੁਣਾਂ ਦੇ ਧਾਰਨੀ ਹੋਣ ਤੋਂ ਬਿਨਾਂ ਤੇਰੀ ਭਗਤੀ ਨਹੀਂ ਹੋ ਸਕਦੀ। ਤਾਂ ਜਿਸ ਪ੍ਰਭੂ ਦੇ ਗੁਣ ਅਨੰਤ ਜੀਵ ਗਾਉਂਦੇ ਨੇ, ਜੋ ਸਾਰੇ ਸੰਸਾਰ ਦੀ ਪਾਲਣਾ ਪੋਸ਼ਣਾ ਕਰਨ ਵਾਲਾ ਹੈ, ਮੈਂ ਉਸ ਪ੍ਰਭੂ ਦੇ ਗੁਣ ਗਾਉਂਦਾ ਹਾਂ, ਉਸ ਨੂੰ ਮੈਂ ਹਮੇਸ਼ਾ ਯਾਦ ਰੱਖਦਾ ਹਾਂ। ਤੇ ਇੱਕ ਗੱਲ ਹੋਰ ਯਾਦ ਰੱਖਣੀ, ਇੱਥੇ ਸਾਨੂੰ ਇਹਦੇ ਚ ਜੀਵਨ ਜਾਚ ਕੀ ਮਿਲੇਗੀ ਕਿ ਰੱਬ ਸਾਰਿਆਂ ਨੂੰ ਪਾਲਣ ਪੋਸ਼ਣ ਵਾਲਾ ਹੈ। ਹੁਣ ਜੇ ਅਸੀਂ ਇਸ ਚੀਜ਼ ਨੂੰ ਯਾਦ ਰੱਖੀਏ ਕਿ ਰੱਬ ਆਪਣੀ ਜੀਵ ਜਨਤਾ ਨੂੰ ਪਾਲਦਾ ਹੈ, ਜੀਵ ਜਨਤਾ ਨਾਲ ਪਿਆਰ ਕਰਦਾ ਹੈ, ਤਾਂ ਜਿਸ ਨੂੰ ਰੱਬ ਪਾਲ ਰਿਹਾ ਹੋਵੇ, ਮੈਂ ਉਹਨੂੰ ਉਜਾੜਾਂਗਾ ਨਹੀਂ ਨਾ। ਮੈਨੂੰ ਫਿਰ ਕੋਈ ਹੱਕ ਨਹੀਂ ਕਿ ਜਿਸ ਨੂੰ ਰੱਬ ਪਾਲਣਾ ਚਾਹੁੰਦਾ ਮੈਂ ਉਹਨੂੰ ਉਜਾੜਾਂ। ਰੱਬ ਨੇ ਕਿਸੇ ਨੂੰ ਕੋਈ ਸ਼ੈ ਦਿੱਤੀ ਤੇ ਮੈਂ ਉਹਦੀ ਚੀਜ਼ ਖੋਹਾਂ। ਜਦੋਂ ਇਹ ਚੀਜ਼ ਸਮਝ ਆਏਗੀ ਤਾਂ ਮੇਰੇ ਅੰਦਰ ਵੀ ਪਾਲਣ ਵਾਲਾ ਗੁਣ ਆਏਗਾ। ਮੈਂ ਕਿਸੇ ਨੂੰ ਮੌਤ ਨਹੀਂ ਦਿਆਂਗਾ, ਮੈਂ ਕਿਸੇ ਨੂੰ ਜੀਵਨ ਦੇਣ ਦਾ ਯਤਨ ਕਰਾਂਗਾ, ਕਿਸੇ ਦੀ ਸੇਵਾ ਵਿੱਚ ਹਾਜ਼ਰ ਹੋਵਾਂਗਾ। ਫਿਰ ਮੈਂ ਕਿਸੇ ਦਾ ਹੱਕ ਨਹੀਂ ਖੋਵਾਂਗਾ। ਫਿਰ ਜੇ ਕਿਸੇ ਦੇ ਕੋਲ ਜੀਵਨ ਯਾਪਨ ਵਾਸਤੇ ਸਾਧਨ ਨੇ ਤਾਂ ਉਹਦੇ ਨਾਲ ਮੇਰੀ ਈਰਖਾ ਨਹੀਂ ਹੋਏਗੀ। ਮੈਂ ਕਿਸੇ ਦੇ ਚੰਗੇ ਘਰਾਂ ਨੂੰ ਜਾਂ ਚੰਗੇ ਖਾਣ ਪਾਣ ਨੂੰ ਵੇਖ ਕੇ ਸੜਾਂਗਾ ਨਹੀਂ, ਸਗੋਂ ਮੈਂ ਉਹਦੇ ਹੁਕਮ ਦੇ ਵਿੱਚ ਤੁਰਾਂਗਾ, ਉਹਦੀ ਸਿਫਤ ਕਰਾਂਗਾ, ਉਹਦੇ ਗੁਣ ਗਾਵਾਂਗਾ। ਇਸ ਤਰ੍ਹਾਂ ਮੇਰੀ ਜ਼ਿੰਦਗੀ ਦੇ ਅੰਦਰ ਸੁੱਖ ਔਰ ਸ਼ਾਂਤੀ ਆਏਗੀ। ਵੇਦ ਪੁਰਾਣ ਸਿਮਰਿਤ ਸੁਧਾਖਰ, ਇਹਨੂੰ ਸੁਧਾਖਰ ਨਹੀਂ ਪੜਨਾ, ਅੱਧਾ ਯਈਆ ਹੈ। ਜਦੋਂ ਇਹ ਜੋ ਖੱਖੇ ਦੇ ਥੱਲੇ ਅੱਧਾ ਅੱਖਰ ਲੱਗਾ ਹੈ ਨਾ, ਇਸ ਦਾ ਮੂੰਹ ਸੱਜੇ ਹੱਥ ਵਾਲੇ ਪਾਸੇ ਖੁੱਲਦਾ ਹੋਏ ਤਾਂ ਉਦੋਂ ਇਹ ਯਈਆ ਹੁੰਦਾ ਹੈ, ਅੱਧਾ ਯਈਆ ਬੁਲਾਉਣਾ ਹੈ। ਤੇ ਜਦੋਂ ਇਸ ਦਾ ਮੂੰਹ ਖੱਬੇ ਹੱਥ ਵਾਲੇ ਪਾਸੇ ਖੁੱਲਦਾ ਹੋਵੇ ਉਦੋਂ ਇਹ ਅੱਧਾ ਹਾਹਾ ਹੁੰਦਾ ਹੈ। ਇਹ ਮੈਂ ਤਾਂ ਕਹਿ ਰਿਹਾ ਕਿਉਂਕਿ ਕਈ ਵਾਰ ਪੜ੍ਹਨ ਵਾਲੇ ਵੀਰ ਭੈਣ ਪੁੱਛਦੇ ਨੇ ਕਿ ਇਹਨੂੰ ਯਈਆ ਬੁਲਾਈਏ ਕਿ ਹਾਹਾ ਬੁਲਾਈਏ, ਤਾਂ ਉਹਦੀ ਪਹਿਚਾਣ ਮੈਂ ਆਪ ਨੂੰ ਕਰਾ ਦਿਆਂ। ਜਦੋਂ ਇਸ ਅੱਖਰ ਦਾ ਮੂੰਹ ਸੱਜੇ ਪਾਸੇ ਨੂੰ ਖੁੱਲਦਾ ਹੋਵੇ, ਜਿਵੇਂ ਖੱਖੇ ਦੇ ਥੱਲੇ ਹੈ, ਉਦੋਂ ਇਹ ਅੱਧਾ ਯਈਆ ਹੋਏਗਾ। ਜਦੋਂ ਇਹਦਾ ਮੂੰਹ ਖੱਬੇ ਪਾਸੇ ਨੂੰ ਖੁੱਲਦਾ ਹੋਏਗਾ ਉਦੋਂ ਇਹ ਅੱਧਾ ਹਾਹਾ ਹੋਏਗਾ। ਤਾਂ ਇਹਦਾ ਉਚਾਰਨ ਹੋਏਗਾ ਵੇਦ ਪੁਰਾਣ ਸਿਮਰਿਤ ਸੁਧਾਖਰ। ਜਿਵੇਂ ਹਿੰਦੀ ਵਿੱਚ ਸ਼ਬਦ ਨਾ ਕਸ਼ਤਰ ਗਿਆ, ਉੱਥੇ ਕਸ਼ ਸ਼ਬਦ ਹੈ, ਤਾਂ ਕਸ਼ੈ ਸ਼ਬਦ ਵਾਸਤੇ ਪੰਜਾਬੀ ਦੇ ਅੰਦਰ ਖੱਖਾ ਸ਼ਬਦ ਵਰਤਿਆ ਜਾਂਦਾ ਹੈ, ਜਾਂ ਛੱਛਾ ਵਰਤਿਆ ਜਾਂਦਾ ਹੈ, ਜਾਂ ਫਿਰ ਖੱਖੇ ਦੇ ਥੱਲੇ ਅੱਧਾ ਯਈਆ ਲਾਇਆ ਜਾਂਦਾ ਹੈ। ਇਹ ਤਿੰਨ ਰੂਪ ਹੁੰਦੇ ਨੇ। ਖੱਤਰੀ ਵਾਸਤੇ ਜਾਂ ਖੇਤਰੀ ਬੋਲਾਂਗੇ, ਜਾਂ ਖੱਤਰੀ ਜਾਂ ਛਤਰੀ। ਤਾਂ ਵੇਦ ਪੁਰਾਣ ਸਿਮਰਿਤ ਸੁਧਾਖਰ, ਸੁਧਾਖਰ ਦਾ ਮਤਲਬ ਹੈ ਸ਼ੁੱਧ ਅੱਖਰ। ਵੇਦ ਪੁਰਾਣ ਔਰ ਸਿਮਰਤੀਆਂ। ਹੁਣ ਇਹ ਸੁਧਾਖਰ ਦਾ ਅੱਖਰ ਅਰਥ ਅਗਲੀ ਪੰਕਤੀ ਦੇ ਨਾਲ ਮਿਲਾ ਕੇ ਹੋਏਗਾ, ਕੀਨੇ ਰਾਮ ਨਾਮ ਇੱਕ ਆਖਰ। ਆਖਰ ਦਾ ਮਤਲਬ ਹੈਗਾ ਅਕਸ਼ਰ। ਅਕਸ਼ਰ ਦਾ ਮਤਲਬ ਹੁੰਦਾ ਹੈ ਜੋ ਖਤਮ ਹੋ ਜਾਣ ਵਾਲਾ ਹੈ, ਤੇ ਅਕਸ਼ਰ ਦਾ ਮਤਲਬ ਹੁੰਦਾ ਹੈ ਜੋ ਕਦੇ ਖਰਦਾ ਨਹੀਂ, ਖਤਮ ਨਹੀਂ ਹੁੰਦਾ, ਜੋ ਸदैव ਹੈ। ਤਾਂ ਜਿੰਨੇ ਵੀ ਵੇਦ ਨੇ, ਪੁਰਾਣ ਨੇ, ਸਿਮਰਤੀਆਂ ਨੇ, ਸ਼ਾਸਤਰ ਨੇ, ਇੱਕ ਅਕਾਲ ਪੁਰਖ ਦੇ ਨਾਮ ਨੂੰ ਹੀ ਪਵਿੱਤਰ ਅੱਖਰ ਮੰਨਿਆ ਹੈ। ਸੁਧਾਖਰ ਦਾ ਮਤਲਬ ਸ਼ੁੱਧ ਅਕਸ਼ਰ। ਸੁਧਾਖਰ ਸ਼ੁੱਧ ਅਕਸ਼ਰ। ਤਾਂ ਜਿੰਨੇ ਵੀ ਚਾਹੇ ਉਹ ਸਿਮਰਤੀਆਂ ਨੇ, ਸ਼ਾਸਤਰ ਨੇ, ਵੇਦ ਨੇ, ਪੁਰਾਣ ਨੇ, ਉਹਨਾਂ ਨੇ ਸਾਰਿਆਂ ਨੇ ਰੱਬ ਦੇ ਨਾਮ ਨੂੰ ਹੀ ਇੱਕ ਸ਼ੁੱਧ ਅਕਸ਼ਰ ਕਰਕੇ ਮੰਨਿਆ ਹੈ। ਭਾਵ ਕਿ ਪ੍ਰਭੂ ਦਾ ਜੋ ਨਾਮ ਹੈ, ਹੁਕਮ ਹੈ, ਉਹੀ ਇੱਕ ਸ਼ੁੱਧ ਅਕਸ਼ਰ ਹੈ। ਅਕਸ਼ਰ ਦਾ ਮਤਲਬ ਸदैव ਰਹਿਣ ਵਾਲਾ ਹੈ। ਉਹ ਇੱਕ ਰੱਬ ਹੀ ਸਦਾ ਰਹਿਣ ਵਾਲਾ ਹੈ ਔਰ ਉਹੀ ਪਵਿੱਤਰ ਹੈ। ਉਹੀ ਪਵਿੱਤਰ ਹੈ, ਉਹੀ ਸਦਾ ਰਹਿਣ ਵਾਲਾ ਹੈ, ਸदैवी ਰਹਿਣ ਵਾਲਾ ਹੈ। ਇੱਥੋਂ ਸਾਨੂੰ ਜੀਵਨ ਵਾਸਤੇ ਦੋ ਚੀਜ਼ਾਂ ਮਿਲਣਗੀਆਂ।
ਕਿ ਜਿਹੜਾ ਉਸ ਪ੍ਰਭੂ ਦੇ ਗੁਣਾਂ ਦੇ ਨਾਲ ਜੁੜੇਗਾ, ਉਹਦੇ ਗੁਣਾਂ ਨੂੰ ਯਾਦ ਕਰੇਗਾ, ਸਿਮਰੇਗਾ, ਆਪਣੇ ਚਿੱਤ ਦੇ ਅੰਦਰ ਵਸਾਏਗਾ, ਇੱਕ ਤਾਂ ਉਹ ਮਰੇਗਾ ਨਹੀਂ। ਮਰੇਗਾ ਨਹੀਂ ਦਾ ਮਤਲਬ ਇਹ ਨਹੀਂ ਕਿ ਸਰੀਰ ਕਰਕੇ ਨਹੀਂ ਮਰੇਗਾ, ਉਹਦੀ ਜ਼ਮੀਰ ਨਹੀਂ ਮਰੇਗੀ, ਉਹਦੇ ਅੰਦਰੋਂ ਇਨਸਾਨੀਅਤ ਨਹੀਂ ਮਰੇਗੀ, ਉਹ ਆਤਮਿਕ ਜੀਵਨ ਜੀਵੇਗਾ। ਔਰ ਦੂਜੇ ਨੰਬਰ ਤੇ ਉਹ ਪਵਿੱਤਰ ਜੀਵਨ ਵਾਲਾ ਹੋਏਗਾ। ਦੇਖੋ, ਮਰਨਾ, ਅਸਲੀ ਮਰਨਾ ਕੀ ਹੈ? ਬੰਦਾ ਮਰ ਤੇ ਉਦੋਂ ਹੀ ਜਾਂਦਾ ਜਦੋਂ ਬੰਦਾ ਅੰਦਰੋਂ ਸੱਚ ਨਾਲੋਂ ਟੁੱਟ ਜਾਂਦਾ, ਬਾਕੀ ਤੱਕ ਜਿਉਂ ਦੀ ਲਾਸ਼ ਰਹਿ ਜਾਂਦੀ ਹੈ। ਜਦ ਅਸੀਂ ਕਿਸੇ ਧੀ ਭੈਣ ਵੱਲ ਮਾੜਾ ਤੱਕਦੇ ਹਾਂ ਤਾਂ ਅੰਦਰੋਂ ਇਨਸਾਨ ਮਰ ਜਾਂਦਾ ਹੈ। ਜਦੋਂ ਅਸੀਂ ਕਿਸੇ ਦਾ ਹੱਕ ਖਾਂਦੇ ਹਾਂ ਉਦੋਂ ਅਸੀਂ ਅੰਦਰੋਂ ਮਰ ਜਾਂਦੇ ਹਾਂ, ਆਤਮਿਕ ਮੌਤ ਹੋ ਜਾਂਦੀ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਏ। ਤੇ ਪਵਿੱਤਰ ਵੀ ਅਸੀਂ ਉਦੋਂ ਹੁੰਦੇ ਹਾਂ ਜਦੋਂ ਸਾਡੇ ਅੰਦਰ ਸੱਚਾਈ ਹੁੰਦੀ ਹੈ। ਬੇਸ਼ੱਕ ਤੀਰਥਾਂ ਦੇ ਵਿੱਚ ਟੁੱਟੀਆਂ ਲਾਉਂਦਿਆਂ ਹੋਇਆਂ ਵੀ ਜੇ ਝੂਠ ਬੋਲ ਰਹੇ ਹੋ ਤੇ ਅੰਦਰ ਪਵਿੱਤਰ ਨਹੀਂ ਹੈ। ਪਾਣੀ ਨਾਲ ਪਵਿੱਤਰਤਾ ਨਹੀਂ ਹੁੰਦੀ, ਬਾਣੀ ਨਾਲ ਹੁੰਦੀ। ਇਸ ਲਈ ਦੋ ਚੀਜ਼ਾਂ ਸਾਨੂੰ ਇੱਥੋਂ ਮਿਲਣਗੀਆਂ ਕਿ ਜੋ ਉਸ ਸ਼ੁੱਧ ਪ੍ਰਭੂ ਦੇ ਨਾਲ ਜੁੜੇਗਾ ਹੁਕਮ ਦੇ ਨਾਲ, ਉਹਦੀ ਆਤਮਿਕ ਮੌਤ ਨਹੀਂ ਹੋਵੇਗੀ, ਉਹ ਪਵਿੱਤਰ ਜੀਵਨ ਵਾਲਾ ਹੋ ਜਾਏਗਾ, ਕਿਉਂਕਿ ਪ੍ਰਭੂ ਹੀ ਪਵਿੱਤਰ ਹੈ और प्रभु ही सदैव रहन वाला है। किनका एक जिस जी बसावे, किनका दा मतलब रंचक मात्र, प्रभु दी सिफत, प्रभु दा नाम, प्रभु दा हुक्म, प्रभु दे गुण जिहदे हिरदे दे अंदर वसा दिंदा है। किनका मात्र, किनका मात्र, ताकि महिमा गनी ना आवे, उस मनुख की वडियाई बयान नहीं की जा सकती। रंचक मात्र भी जिसके अंदर प्रभु के गुण वस जान, ओदी वडियाई बयान नहीं की जा सकती। जे साडी मैंटैलिटी, मानसिकता के अंदर वस जान गुण, आपां कल भी बयान कीता सी ना विचार कि जिवें लखां मन लक्कड़ बालन इकट्ठी की जाए ते ओदे अंदर अग की निक्की जी चिंगियारी पा दी जाए, ਤਾਂ ਅੱਗ ਦੀ ਨਿੱਕੀ ਦੀ ਜੋ ਚੰਗਿਆਰੀ ਹੈ ਉਹ ਲੱਖਾਂ ਮਨ ਬਾਲਣ ਨੂੰ ਸਾੜ ਕੇ ਰਾਖ ਕਰ ਦੇਵੇਗੀ। ਇਹ ਮਹਿਮਾ ਹੈ, ਇਹ ਅੱਗ ਦਾ ਪ੍ਰਤਾਪ ਹੈ। ਇਸੇ ਤਰ੍ਹਾਂ ਜੇ ਪ੍ਰਭੂ ਦੇ ਨਾਮ ਦਾ ਕਿਣਕਾ ਕਿਸੇ ਮਨੁੱਖ ਦੀ ਮੈਂਟੈਲਿਟੀ ਦੇ ਅੰਦਰ ਵਸ ਜਾਏ ਤਾਂ ਉਹਦੇ ਅੰਦਰ ਦੇ ਸਾਰੇ ਪਾਪਾਂ ਨੂੰ, ਵਿਕਾਰਾਂ ਨੂੰ ਜਲਾ ਕੇ ਰਾਖ ਕਰ ਦੇਵੇਗਾ। ਕਿਵੇਂ ਕਰ ਦੇਵੇਗਾ? ਇਹ ਚੀਜ਼ ਸੋਚਣ ਵਾਲੀ ਹੈ। ਦੇਖੋ, है बिल्कुल साफ सुथरी सधारण गल, पर समझण दी लोड़ है ना। मान लो मेरे अंदर अनेकां विकार ने, ते जे मेरे अंदर सच वस जाए, मैं अपनी सोच विच सच वसा लवां, अंदर सच वसदियां ही सारे पाप खत्म हो जाणगे। क्योंकि झूठ बोलण लई मैनूं झूठ चाहीदा ना, सच जिथे होएगा झूठ नहीं बोलांगा। चोरी तां करांगा जे मेरे अंदर सच नहीं, जे अंदर मैं सच है तो मैं चोरी नहीं करांगा। आचरण तो हीना तां होवांगा जे मैं सच नालों टुटिया होवांगा। तुहाडीआं चुगलियां निंदिया तां करांगा जे सच नालों टुटिया होवांगा। मैं किसी दे नाल ईर्खा द्वेष तां करांगा जे सच नालों टुटिया होवांगा। जे सच मेरी जिंदगी विच वस जाए तां मेरे जीवन दे सारे पाप खत्म हो जाणगे। और जिस मनुख दे मन वचन कर्म दे अंदर सच वस जाए, वो बंदा रब वर्गा हो जाएगा। सचियार होना ना, किव सचियारा हुई है, ते जेड़ा हुक्म रजाई चलेगा वो सचियार हो जाएगा। ते गुरबाणी विच सचियार रब नूं आख्या है, तू करता सचियार मैंडा साई, कि तू करता है, मेरा मालक है, ते तू सचियार है। तां जिस ते मन वचन करन दे अंदर सच वस गया, वो रब दा रूप हो जाएगा। ओदी महिमा नूं किवें बयान करोगे? जिन्ने भी अरदास विच सिंह ਸਿੰਘਣੀਆਂ ने जो सच दे नाल जुड़ गए, उन्हां दी महिमा नूं किवें बयान करोगे? गुरबाणी दे रचनहार जो ने, उन्हां दे मन वचन कर्म करके सच वस गया, उन्हां दी महिमा नूं किवें बयान करोगे? तां जिस मनुख दे हिरदे दे अंदर प्रभु अपना किनका मात्र नाम, हुक्म, सच वसा दिंदा है, वो मनुख महान हो जांदा है। उहदी महिमा बयान नहीं कीती जा सकती। और ये पॉसिबिलिटी मेरे विच भी और तुहाडे विच सारियां विच है, क्योंकि जिहदे भी हिरदे विच सच वस जाएगा वो महान हो जाएगा।
ਤੁਸੀਂ ਸੱਚ ਵਸਾ ਲਓ, ਮੈਂ ਸੱਚ ਵਸਾ ਲਵਾਂ, ਹੋਰ ਕੋਈ ਥਰਡ ਪਰਸਨ ਸੱਚ ਵਸਾ ਲਵੇ, ਜਿਹੜਾ ਵੀ ਇਸ ਰਾਹ ਤੇ ਚਲੇਗਾ ਉਹ ਮਹਾਨ ਹੋ ਜਾਏਗਾ। ਹੁਣ ਇਹ ਸਾਡੇ ਹੱਥ ਵਿੱਚ ਹੈ ਕਿ ਅਸੀਂ ਚਾਹੁੰਦੇ ਕੀ। ਅਗਲਾ ਵਚਨ ਕਰਦੇ ਨੇ, ਕਾਂਖੀ ਏਕੈ ਦਰਸ ਤੁਹਾਰੋ। ਕਾਂਖੀ ਦਾ ਮਤਲਬ ਚਾਹਤ, ਕਾਂਖੀ ਆਕਾਂक्षी, ਜਿਨ੍ਹਾਂ ਦੇ ਅੰਦਰ ਚਾਹਤ ਹੈ। ਕਾਂਖੀ ਏਕੈ ਦਰਸ ਤੁਹਾਰੋ, हे ਪ੍ਰਭੂ ਜੋ ਮਨੁੱਖ ਤੇਰੇ ਦੀਦਾਰ ਦੇ ਚਾਹਵਾਨ ਨੇ, ਜਿਨ੍ਹਾਂ ਦੀ ਜ਼ਿੰਦਗੀ ਦੀ ਚਾਹਤ ਹੈ ਕਿ ਮੈਂ ਰੱਬ ਦੇ ਦਰਸ਼ਨ ਕਰਾਂ, ਮੈਂ ਰੱਬ ਨੂੰ ਚਾਰ ਚੁਫੇਰੇ ਵੇਖਾਂ। ਹੁਣ ਦੇਖੋ ਰੱਬ ਦੇ ਦਰਸ਼ਨ ਕੀ ਨੇ। ਰੱਬ ਦੇ ਦਰਸ਼ਨ ਹਰ ਇਨਸਾਨ ਨੂੰ ਹਰ ਵੇਲੇ ਹੋ ਰਹੇ ਨੇ, ਪਰ ਸਾਨੂੰ ਪਹਿਚਾਨ ਨਹੀਂ। ਧੰਨ ਗੁਰੂ ਅਮਰਦਾਸ ਜੀ ਬਿਆਨ ਕਰਦੇ ਨੇ ਕਿ ਇਹ ਵੀ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ। ਜੋ ਦਿਸ ਹੈ ਸੋ ਤੇਰਾ ਰੂਪ, ਕਿ ਜੋ ਕੁਛ ਦਿਸ ਰਿਹਾ ਹੈ ਉਹ ਤੇਰਾ ਰੂਪ ਹੈ। ਜੇਤੇ ਔਰਤ ਮਰਦਾਂ ਸਾਜੇ, ਇਹ ਸਭ ਰੂਪ ਤੁਮਹਾਰੇ, ਇਹ ਸਾਰੇ ਤੇਰਾ ਰੂਪ ਨੇ। ਤੇ ਜਿਹੜਾ ਉਸ ਪ੍ਰਭੂ ਦੇ ਰੂਪ ਨੂੰ ਹਰ ਇੱਕ ਦੇ ਅੰਦਰ ਵੇਖੇਗਾ, ਉਹਦੀ ਫਿਰ ਜੀਵਨੀ कैसी हो जाएगी सोच, ना को बैरी नहीं बिगाना, सगल संग हमको बनाई। ਉਹਦੀ ਸੋਚ ਭਾਈ ਕਨਈਏ ਵਰਗੀ ਹੋ ਜਾਏਗੀ। ਹੁਣ ਜਿਹੜੇ ਐਸ ਸੋਚ ਦੇ ਚਾਹਵਾਨ ਨੇ ਕਿ ਅਸੀਂ ਐਸੇ ਹੋ ਜਾਈਏ, ਰੱਬ ਦੇ ਦਰਸ਼ਨ ਐਸੇ ਨਹੀਂ ਹੈ ਕਿ ਤੁਸੀਂ ਸਮਾਧੀ ਲਾ ਕੇ ਬੈਠੋਗੇ ਤੇ ਉਹ ਤੁਹਾਡੇ ਅੰਦਰੋਂ ਕੁਝ ਬਣ ਕੇ ਬੰਦੇ ਵਰਗਾ ਤੇ ਅੱਗੇ ਆਣ ਕੇ ਖਲੋਵੇਗਾ। ਇਹ ਦਿਸਦਾ ਜਗਤ, ਸਾਡਾ ਨਜ਼ਰੀਆ ਬਦਲ ਜਾਏਗਾ, ਮੇਰੀ ਸੋਚ ਬਦਲ ਜਾਏਗੀ। ਹੁਣ ਮੈਂ ਤੁਹਾਡੀਆਂ ਜਾਤਾਂ ਦੇਖਦਾ ਹਾਂ, ਤੁਹਾਡਾ ਇਲਾਕਾ ਦੇਖਦਾ ਹਾਂ, ਆਪਣੇ ਪਰਾਏ ਦੇ ਰੂਪ ਵਿੱਚ ਵੇਖਦਾ ਹਾਂ, ਇਹ ਮੇਰੀ ਸੋਚ ਹੈ। ਤੇ ਜਦੋਂ ਮੈਂ ਤੁਹਾਡੇ ਅੰਦਰ ਵਸਦੇ ਨਿਰੰਕਾਰ ਨੂੰ ਦੇਖਾਂਗਾ, ਮੇਰੀ ਸੋਚ ਹੀ ਤਾਂ ਬਦਲਣੀ ਹੈ ਬਸ। कबीर जी का कितना प्यारा वचन है, कबीर तू तू करता तू हुआ, मुझ में रहा ना हूं, जब आपा पर का मिट गया, जत देखो तत तू। आपा परका ਦਾ ਮਤਲਬ ਆਪਣਾ ਔਰ ਪਰਾਇਆ। ਇਹ ਮੇਰਾ ਆਪਣਾ ਹੈ, ਇਹ ਮੇਰੇ ਵਾਸਤੇ ਪਰਾਇਆ ਹੈ। ਜਦੋਂ ਆਪਣੇ ਔਰ ਪਰਾਏ ਦੇ ਭੇਦ ਭਾਵ ਮਿਟ ਗਏ ਨਾ, ਉਦੋਂ ਜਿੱਧਰ ਵੇਖਣਾ ਉਧਰ ਤੂੰ ਹੀ ਤੂੰ। ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ, ਮੰਦਾ ਕਿਸ ਨੂੰ ਆਖੀਐ, ਜਾਂ ਤਿਸ ਬਿਨ ਕੋਈ ਨਾ ਹੈ। ਤਾਂ ਜਿਨ੍ਹਾਂ ਦੇ ਅੰਦਰ ਐਸੀ ਚਾਹਤ ਹੈ, ਨਾਨਕ ਉਨ ਸੰਗ ਮੋਹਿ ਉਧਾਰੋ। ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, हे ਪ੍ਰਭੂ ਮੇਰੇ ਤੇ ਰਹਿਮਤ ਕਰ, ਮੈਨੂੰ ਐਸੇ ਪਿਆਰਿਆਂ ਦੀ ਸੰਗਤ ਬਖਸ਼ ਤੇ ਉਹਨਾਂ ਦੀ ਸੰਗਤ ਵਿੱਚ ਮਿਲਾ ਕੇ ਮੇਰਾ ਵੀ ਉਧਾਰ ਕਰ, ਮੇਰਾ ਵੀ ਪਾਰ ਉਤਾਰਾ ਕਰ, ਮੈਨੂੰ ਵੀ ਬੰਧਨਾਂ ਤੋਂ ਮੁਕਤ ਕਰ। ਹੁਣ ਸਾਡੇ ਅੰਦਰ ਬੰਧਨ ਕਿਹੜੇ ਨੇ ਜਿਨ੍ਹਾਂ ਤੋਂ ਅਸੀਂ ਮੁਕਤ ਹੋਣਾ ਹੈ, ਜਿਨ੍ਹਾਂ ਤੋਂ ਅਸੀਂ ਆਪਣਾ ਉਧਾਰ ਕਰਾਉਣਾ ਚਾਹੁੰਦੇ ਹਾਂ। ਦੇਖੋ ਮੇਰ ਤੇਰ ਦੇ ਵਿਤਕਰੇ, ਝੂਠ ਫਰੇਬ ਦੇ ਵਿਤਕਰੇ, ਲੋਭ ਲਾਲਚ ਦੇ ਵਿਤਕਰੇ, ਗੈਰ ਇਨਸਾਨੀਅਤ ਵਾਲੇ ਵਿਤਕਰੇ, ਜਾਤਾਂ ਪਾਤਾਂ ਦੇ ਵਿਤਕਰੇ, ਅਸੀਂ ਇਹਨਾਂ ਚੀਜ਼ਾਂ ਵਿੱਚ ਫਸੇ ਹੋਏ ਹਾਂ। ਇਹ ਖੋਲ ਨੇ ਸਾਰੇ, ਇਹਨਾਂ ਵਿੱਚ ਅਸੀਂ ਜਕੜੇ ਹੋਏ ਹਾਂ। ਇੱਕ ਬੀਜ ਨਿੱਕਾ ਜਿਹਾ ਖੋਲ ਦੇ ਵਿੱਚ ਬੰਦ ਹੈ, ਤੇ ਜਦੋਂ ਤੱਕ ਉਹ ਬੀਜ ਖੋਲ ਦੇ ਅੰਦਰ ਬੰਦ ਰਹਿੰਦਾ ਹੈ ਨਾ, ਉਦੋਂ ਤੱਕ ਇੰਨਾ ਕੀ ਰਹਿੰਦਾ ਹੈ। ਪਰ ਜਦੋਂ ਉਹ ਆਪਣੇ ਆਪ ਨੂੰ ਮਿੱਟੀ ਵਿੱਚ ਮਿਲਾਉਂਦਾ ਹੈ, ਉਹਨੂੰ ਮਿੱਟੀ, ਨਮੀ, ਪਾਣੀ ਔਰ ਹਵਾ ਮਿਲਦੀ ਹੈ, ਉਹ ਗਲਦਾ ਹੈ, ਉਹ ਖੋਲ ਉਹਦਾ ਟੁੱਟਦਾ ਹੈ, ਤੇ ਖੋਲ ਦੇ ਵਿੱਚੋਂ ਫਿਰ ਅੰਕੁਰ ਬਣ ਕੇ ਬਾਹਰ ਆਉਂਦਾ ਹੈ। ਇੱਕ ਅੰਕੁਰ ਆਕਾਸ਼ ਵੱਲ ਵੱਧਦਾ ਹੈ, ਦੂਜਾ ਅੰਕੁਰ ਜ਼ਮੀਨ ਦੀਆਂ ਗਹਿਰਾਈਆਂ ਵੱਲ ਧੱਸਦਾ ਹੈ, ਜ਼ਮੀਨ ਦੇ ਅੰਦਰ ਜਾਣ ਵਾਲਾ ਅੰਕੁਰ ਜੜ੍ਹਾਂ ਬਣ ਜਾਂਦਾ ਹੈ, ਤੇ ਆਕਾਸ਼ ਵਿੱਚ ਉੱਠਣ ਵਾਲਾ ਅੰਕੁਰ ਤਣੇ, ਟਹਿਣੀਆਂ, ਫੁੱਲ ਔਰ ਫਲ ਬਣ ਕੇ ਇੱਕ ਬਹੁਤ ਵੱਡਾ ਵਰਕਸ਼ ਬਣ ਜਾਂਦਾ ਹੈ। ਲੇਕਿਨ ਉਹ ਖੋਲ ਚੋਂ ਬਾਹਰ ਆਏਗਾ ਤਾਂ, ਜਦੋਂ ਤੱਕ ਖੋਲ ਵਿੱਚ ਵੱਜਾ ਉਦੋਂ ਤੱਕ ਨਹੀਂ। ਅਸੀਂ ਵੀ ਉਸ ਬੀਜ ਦੀ ਤਰ੍ਹਾਂ ਹਾਂ, ਸਾਡੇ ਚਫੇਰੇ ਵੀ ਬਹੁਤ ਸਾਰੇ ਖੋਲ ਨੇ, ਈਗੋ ਦਾ, ਹੰਕਾਰ ਦਾ, ਕਾਮ, ਕ੍ਰੋਧ, ਲੋਭ, ਮੋਹ, ਚੁਗਲੀ, ਨਿੰਦਾ, ਝੂਠ, ਫਰੇਬ, ਜਾਤੀਵਾਦ, ਮੇਰ ਤੇਰ, ਇਹ ਸਾਰੇ ਖੋਲ ਨੇ। ਜਿਸ ਦਿਨ ਇਹਨਾਂ ਖੋਲਾਂ ਨੂੰ ਤੋੜ ਦਵੋਗੇ, ਉਸ ਦਿਨ ਅੰਦਰੋਂ ਪ੍ਰਭੂ ਪ੍ਰਗਟ ਹੋ ਜਾਏਗਾ। ਤਾਂ ਜਿਨ੍ਹਾਂ ਨੇ ਉਸ ਪ੍ਰਭੂ ਦੇ ਦੀਦਾਰ ਕੀਤੇ, ਉਹਨਾਂ ਦੇ ਖੋਲ ਟੁੱਟ ਗਏ।
ਉਹ ਇਹਨਾਂ ਵਿਕਾਰਾਂ ਚੋਂ ਬਾਹਰ ਆ ਗਿਆ। ਤਾਂ ਗੁਰੂ ਸਾਹਿਬ ਜੀ ਕਹਿ ਰਹੇ ਨੇ ਕਿ हे ਪ੍ਰਭੂ ਮੇਰੇ ਤੇ ਰਹਿਮਤ ਕਰੋ, ਜਿਹੜੇ ਪਿਆਰੇ ਤੁਹਾਡਾ ਦੀਦਾਰ ਚਾਹੁੰਦੇ ਨੇ, ਜੋ ਇਸ ਜਗਤ ਦੇ ਹਰ ਜੀਵ ਨੂੰ ਰੱਬ ਦਾ ਰੂਪ ਜਾਣਨਾ ਚਾਹੁੰਦੇ ਨੇ, ਉਹਨਾਂ ਦੇ ਸੰਗਤ ਮੈਨੂੰ ਵੀ ਬਖਸ਼ੋ, ਮੇਰਾ ਵੀ ਉਧਾਰ ਹੋਵੇ, ਮੈਂ ਵੀ ਇਹਨਾਂ ਵਿਕਾਰਾਂ ਚੋਂ ਬਾਹਰ ਹੋਵਾਂ। ਤਾਂ ਜੇ ਅਸੀਂ ਐਸੀ ਸੰਗਤ ਕਰੀਏ, ਬਾਣੀ ਦੀ ਵਿਚਾਰ ਕਰੀਏ, ਐਸੇ ਪਿਆਰਿਆਂ ਦੇ ਨਾਲ ਮਿਲੀਏ, ਤਾਂ ਸਾਡੇ ਖੋਲ ਟੁੱਟ ਸਕਦੇ ਨੇ। ਅਸੀਂ ਗੁਰਬਾਣੀ ਨੂੰ ਅਪਣਾਈਏ, ਗੁਰੂ ਦੇ ਦੱਸੇ ਰਾਹ ਤੇ ਤੁਰੀਏ, ਤਾਂ ਸਾਡੇ ਵੀ ਇਹ ਖੋਲ ਟੁੱਟ ਸਕਦੇ ਨੇ। ਅਸੀਂ ਐਸੇ ਮਹਾਨ ਹੋ ਸਕਦੇ ਹਾਂ। ਔਰ ਗੁਰੂ ਦੀ ਇਹ ਪਾਵਨ ਬਾਣੀ ਉਚਾਰਨ ਹੀ ਤਾਂ ਕੀਤੀ ਹੈ ਕਿ ਹਰ ਇਨਸਾਨ ਐਸੀ ਜ਼ਿੰਦਗੀ ਜੀ ਸਕੇ। ਅਗਲਾ ਬਚਨ ਕਰਦੇ ਨੇ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ। ਸੁਖਮਨੀ ਦਾ ਮਤਲਬ ਸੁੱਖਾਂ ਦੀ ਮਣੀ। ਸੁੱਖਾਂ ਦੀ ਮਣੀ ਦਾ ਮਤਲਬ ਸਭ ਤੋਂ ਜੋ ਸ੍ਰੇਸ਼ਟ ਸੁਖ ਦੇਣ ਵਾਲੀ ਹੈ। ਅੰਮ੍ਰਿਤ ਪ੍ਰਭ ਨਾਮ, ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ। ਨਾਮ ਦਾ ਮਤਲਬ ਹੁਕਮ, ਰੱਬ ਦੀ ਹੋਂਦ, ਰੱਬ ਦੇ ਗੁਣ। ਤਾਂ ਜਿਹੜਾ ਸੁੱਖਾਂ ਦੀ ਮਣੀ ਹੈ, ਜਿਸ ਰਾਹੀਂ ਸਾਨੂੰ ਸੁੱਖ ਮਿਲ ਸਕਦਾ ਹੈ, ਸਾਰ ਸੁੱਖ, ਉਹ ਸੁੱਖ ਕੀ ਹੈ? ਅੰਮ੍ਰਿਤ ਪ੍ਰਭ ਨਾਮ, ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ, ਰੱਬ ਦਾ ਹੁਕਮ। ਜੇ ਰੱਬ ਦੇ ਹੁਕਮ ਵਿੱਚ ਤੁਰੀਏ, ਹੁਕਮ ਰਜ਼ਾਈ ਚੱਲਣਾ, ਔਰ ਹੁਕਮ ਰਜ਼ਾਈ ਚੱਲ ਕੇ ਅਸੀਂ ਸਚਿਆਰ ਹੋ ਜਾਈਏ, ਤਾਂ ਸਭ ਤੋਂ ਸ੍ਰੇਸ਼ਟ ਸੁੱਖ ਮਿਲ ਜਾਏਗਾ, ਰੱਬ ਵਰਗੇ ਹੋ ਜਾਓਗੇ। ਇੱਕ ਬੂੰਦ ਪ੍ਰਭੂ ਦੇ ਅੰਦਰ ਸਮਾ ਕੇ ਇਹ ਸਮੁੰਦਰ ਵਿੱਚ ਸਮਾ ਕੇ ਸਮੁੰਦਰ ਹੋ ਜਾਏਗੀ। ਤਾਂ ਗੁਰੂ ਜੀ ਕਹਿੰਦੇ ਨੇ ਪ੍ਰਭੂ ਦਾ ਜੋ ਆਤਮਕ ਜੀਵਨ ਦੇਣ ਵਾਲਾ ਸੁਖਦਾਈ ਨਾਮ, ਇਹ ਸਭ ਸੁੱਖਾਂ ਦੀ ਮਣੀ। ਸਾਰੇ ਸੁੱਖ ਮਿਲ ਸਕਦੇ ਨੇ ਜੇ ਅਸੀਂ ਰੱਬੀ ਰਜ਼ਾ ਦੇ ਵਿੱਚ ਤੁਰੀਏ। ਚਾਹੇ ਉਹ ਸਰੀਰਕ ਸੁੱਖ ਨੇ, ਜਿਹੜੇ ਰੋਟੀ ਕੱਪੜਾ ਮਕਾਨ ਜਿਨ੍ਹਾਂ ਰਾਹੀਂ ਸਾਨੂੰ ਮਿਲਦਾ ਹੈ, ਅਸੀਂ ਕਿਰਤ ਕਰਕੇ ਰੱਬੀ ਰਜ਼ਾ ਵਿੱਚ ਤੁਰ ਕੇ ਉਹ ਸੁੱਖ ਮਾਣ ਸਕਦੇ ਹਾਂ। ਬੌਧਿਕ ਸੁੱਖ, ਰੱਬੀ ਰਜ਼ਾ ਦੇ ਵਿੱਚ ਤੁਰ ਕੇ ਅਸੀਂ ਆਪਣੇ ਗਿਆਨ ਦੇ ਵਿੱਚ ਵਾਧਾ ਕਰਕੇ ਬੌਧਿਕ ਸੁੱਖ ਮਾਣ ਸਕਦੇ ਹਾਂ। ਮਾਨਸਿਕ ਸੁੱਖ, ਰੱਬੀ ਰਜ਼ਾ ਵਿੱਚ ਤੁਰ ਕੇ ਅਸੀਂ ਸੇਵਾ ਸਿਮਰਨ ਦੇ ਵਿੱਚ ਜੁੜ ਕੇ ਮਾਨਸਿਕ ਸੁੱਖ ਮਾਣ ਸਕਦੇ ਹਾਂ, ਪਿਆਰ ਮੁਹੱਬਤ ਦੁਨੀਆ ਤੋਂ ਪਾ ਸਕਦੇ ਹਾਂ। ਔਰ ਰੱਬੀ ਹੁਕਮ ਦੇ ਅੰਦਰ ਚੱਲ ਕੇ ਆਪਣੀ ਸੀਮਤ ਸੋਚ ਨੂੰ ਅਸੀਮ ਸੋਚ ਦੇ ਅੰਦਰ ਰੂਪ ਹੋ ਸਕਦਾ। ਇਹ ਸਾਰਾ ਕੁਝ ਮਿਲੇਗਾ ਅੰਮ੍ਰਿਤ ਨਾਮ, ਆਤਮਕ ਜੀਵਨ ਦੇਣ ਵਾਲਾ ਪ੍ਰਭੂ ਦਾ ਨਾਮ ਜਲ, ਪ੍ਰਭੂ ਦਾ ਹੁਕਮ, ਰੱਬ ਦੇ ਗੁਣ। ਇਹ ਵਸਤੇ ਕਿੱਥੇ ਨੇ? ਭਗਤ ਜਨਾ ਕੇ ਮਨ ਵਿਸਰਾਮ। ਇੱਕ ਮਨ ਦੇ ਨਾਲ ਸਿਹਾਰੀ ਹੈ, ਜਿਸ ਦਾ ਮਤਲਬ ਮਨ ਵਿੱਚ। ਵਿਸਰਾਮ ਦਾ ਮਤਲਬ ਟਿਕਾਣਾ। ਤਾਂ ਇਹਦਾ ਟਿਕਾਣਾ ਭਗਤਾਂ ਦੇ ਹਿਰਦੇ ਵਿੱਚ ਹੈ। ਨਾਮ, ਰੱਬ ਦੇ ਗੁਣ, ਰੱਬ ਦੀ ਰਜ਼ਾ ਪਾਣਾ, ਭਗਤਾਂ ਦੇ ਟਿਕਾਣਾ ਜਿਹੜਾ ਹੈ ਨਾ, ਨਾਮ ਜਿਹੜਾ ਹੈ ਰੱਬ ਦੇ ਭਗਤਾਂ ਦੇ ਮਨ ਦੇ ਵਿੱਚ ਵਸਦਾ ਹੈ। ਮਨ ਟਿਕਾਣਾ, ਮਨ ਮਤਲਬ ਮੈਂਟੈਲਿਟੀ, ਸਾਡੀ ਸੋਚ। ਤੇ ਭਗਤ ਜਿਨ੍ਹਾਂ ਦੇ ਮਨ ਵਿੱਚ ਰੱਬੀ ਗੁਣਾਂ ਦਾ ਟਿਕਾਣਾ ਹੈ। ਭਗਤੀ ਕੀ ਹੈ? ਰੱਬੀ ਗੁਣਾਂ ਨੂੰ ਪ੍ਰਾਪਤ ਕਰਨ ਦਾ ਯਤਨ। ਤੇ ਭਗਤ ਕੌਣ ਹੈ? ਜੋ ਰੱਬ ਦੀ ਰਜ਼ਾ ਵਿੱਚ ਤੁਰਦਾ ਹੈ, ਜਿਹਦੀ ਮਾਨਸਿਕਤਾ ਦੇ ਅੰਦਰ ਰੱਬ ਦੇ ਗੁਣ ਸਮਾਏ ਹੋਏ ਨੇ, ਉਹ ਭਗਤ ਹੈ। ਹੁਣ ਭਗਤ ਦਾ ਮਤਲਬ ਇਹ ਨਹੀਂ ਹੈ ਕਿ ਭਗਤ ਬੰਦਾ ਜਿਹੜਾ ਹੈ ਉਹ ਸੰਸਾਰ ਛੱਡ ਜਾਂਦਾ ਹੈ, ਬਾਹਰ ਕਿਤੇ ਜੰਗਲਾਂ ਵਿੱਚ ਜਾ ਕੇ ਵੱਡਾ ਸਾਰਾ ਚੋਲਾ ਪਾ ਕੇ ਜਾਂ ਕੋਈ ਵੱਖਰਾ ਪਹਿਨਾਵਾ ਪਹਿਨ ਕੇ ਤੇ ਸਮਾਧੀ ਲਾ ਕੇ ਬਹਿ ਜਾਂਦਾ ਹੈ, ਗਲ ਵਿੱਚ 4-5 ਮਾਲਾ ਪਾ ਲੈਂਦਾ ਹੈ, ਇੱਕ ਮਾਲਾ ਹੱਥ ਵਿੱਚ ਫੜੀ ਰੱਖਦਾ ਹੈ, ਕੰਮ ਕੋਈ ਨਹੀਂ ਕਰਦਾ, ਉਹ ਭਗਤ ਹੈ ਨਾ। ਭਗਤ ਦਾ ਮਤਲਬ ਬਾਹਰਲੀ ਦੁਨੀਆ 'ਚ ਕੋਈ ਕੁਝ ਸਮਝੇ, ਇਹ ਉਹਨਾਂ ਦੀ ਮਨੌਤ ਹੈ। ਪਰ ਜੋ ਸਾਨੂੰ ਗੁਰਬਾਣੀ ਸਮਝਾਉਂਦੀ ਹੈ, ਗੁਰਬਾਣੀ ਸਾਨੂੰ ਇਹ ਸਮਝਾ ਰਹੀ ਹੈ ਕਿ ਭਗਤ ਉਹ ਕਹਿ ਸਕਦੇ ਹਾਂ ਜਿਹਦੇ ਹਿਰਦੇ ਅੰਦਰ ਮਾਨਸਿਕਤਾ ਵਿੱਚ ਰੱਬ ਦੇ ਗੁਣ ਵਸਦੇ, ਜੋ ਮਨ, ਬਚਨ ਔਰ ਕਰਮ ਕਰਕੇ ਰੱਬੀ ਰਜ਼ਾ ਦੇ ਅੰਦਰ ਤੁਰਦਾ ਹੈ, ਉਹ ਭਗਤ ਹੈ। ਤਾਂ ਜਿਹੜੇ ਭਗਤ ਜਨ ਨੇ, ਰੱਬੀ ਰਜ਼ਾ ਵਿੱਚ ਤੁਰਨ ਵਾਲੇ ਨੇ, ਉਹਨਾਂ ਦੇ ਮਨ ਦੇ ਅੰਦਰ, ਮਾਨਸਿਕਤਾ ਦੇ ਅੰਦਰ ਇਸ ਪ੍ਰਭੂ ਦੇ ਨਾਮ ਦਾ ਨਿਵਾਸ ਹੁੰਦਾ ਹੈ। ਭਾਵ ਉਹ ਆਪਣੇ ਮਨ ਦੇ ਅੰਦਰ ਰੱਬੀ ਗੁਣਾਂ ਨੂੰ ਵਸਾਉਂਦੇ ਨੇ। ਭਗਤ ਜਨਾ ਕਹਿ ਮਨ ਵਿਸਰਾਮ। ਤੇ ਹੁਣ ਸਵਾਲ ਪੈਦਾ ਹੁੰਦਾ ਹੈ
ਕਿ ਜੇ ਅਸੀਂ ਇਸ ਨਾਮ ਨੂੰ, ਹੁਕਮ ਨੂੰ, ਰੱਬੀ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾਈਏ, ਰੱਬ ਨੂੰ ਯਾਦ ਰੱਖੀਏ, ਤਾਂ ਇਹਦੇ ਨਾਲ ਹੋਏਗਾ ਕੀ, ਰਿਜ਼ਲਟ ਕੀ ਨਿਕਲੇਗਾ। ਪ੍ਰਭ ਕੈ ਸਿਮਰਨ ਗਰਭ ਨਾ ਬਸੈ। ਰੱਬੀ ਹੁਕਮ ਵਿੱਚ ਤੁਰਨ ਦੇ ਨਾਲ, ਰੱਬੀ ਗੁਣਾਂ ਨੂੰ ਯਾਦ ਕੀਤਿਆਂ, ਰੱਬੀ ਗੁਣਾਂ ਦੇ ਧਾਰਨੀ ਹੋਣ ਨਾਲ ਗਰਭ ਨਾ ਬਸੈ, ਬੰਦਾ ਗਰਭ ਵਿੱਚ ਨਹੀਂ ਵਸਦਾ। ਇੱਥੇ ਗਰਭ ਦਾ ਮਤਲਬ ਕੀ ਹੈ? ਜਦੋਂ ਮਹਾਨ ਕੋਸ਼ ਪੜ੍ਹਦੇ ਆ ਨਾ, ਭਾਈ ਕਾਹਨ ਸਿੰਘ ਨਾਭਾ ਨੇ ਗਰਭ ਸ਼ਬਦ ਦੇ 4-5 ਅਰਥ ਕੀਤੇ ਨੇ। ਇੱਕ ਤਾਂ ਗਰਭ ਦਾ ਮਤਲਬ ਹੁੰਦਾ ਹੈ ਮਾਂ ਦੇ ਪੇਟ ਵਿੱਚ ਵਸਣਾ, ਇੱਕ ਗਰਭ ਦਾ ਮਤਲਬ ਹੈ ਅੱਗ, ਇੱਕ ਗਰਭ ਦਾ ਮਤਲਬ ਹੈ ਨਦੀ ਦਾ ਵਿਚਕਾਰਲੀ ਜਗ੍ਹਾ, ਨਾ ਉਧਰ ਨਾ ਉਧਰ, ਨਦੀ ਦਾ ਵਿਚਕਾਰਲਾ ਹਿੱਸਾ। ਤਾਂ ਇੱਥੇ ਗਰਭ ਦਾ ਅਰਥ ਹੈ ਅਗਨ। ਤੇ ਅਗਨ ਕਿਹੜੀ ਹੈ? ਵਿਕਾਰਾਂ ਦੀ ਅੱਗ। ਹੰਸ ਹੇਤ ਲੋਭ ਕੋ ਸਾਰੇ ਨਦੀਆਂ ਅੱਗ, ਪਵੇਂ ਦੱਜੈ ਨਾਨਕਾ ਤਰੀਏ ਕਰਮੀ ਅੱਗ। ਜੋ ਰੱਬੀ ਯਾਦ ਵਿੱਚ ਜਿੰਦਾ ਹੈ, ਗਰਭ ਨਾ ਬਸੈ, ਉਹ ਵਿਕਾਰਾਂ ਦੀ ਅੱਗ ਦੇ ਵਿੱਚ ਨਹੀਂ ਵਸਦਾ। ਉਹ ਵਿਕਾਰਾਂ ਦੀ ਅੱਗ ਵਿੱਚ ਨਹੀਂ ਪੈਂਦਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਨਹੀਂ ਪੈਂਦਾ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਇਹਨਾਂ ਅੱਗਾਂ ਦੇ ਵਿੱਚ ਨਹੀਂ ਉਹ ਪੈਂਦਾ। ਗੁੱਝੀ ਪਾਹੇ ਜਲੇ ਸੰਸਾਰਾ, ਜੋ ਚਿੰਤਾ ਔਰ ਵਿਕਾਰਾਂ ਦੀ ਗੁੱਝੀ ਅੱਗ ਹੈ, ਉਹਦੇ ਤੋਂ ਉਹ ਬਚ ਜਾਂਦਾ ਹੈ। ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਜੋ ਜਮਾਂ ਦਾ ਦੁੱਖ ਹੈ ਉਹ ਨਸ ਜਾਂਦਾ ਹੈ, ਦੂਰ ਹੋ ਜਾਂਦਾ ਹੈ। ਨਸੈ ਦਾ ਮਤਲਬ ਨਸ ਜਾਂਦਾ ਹੈ, ਦੂਰ ਹੋ ਜਾਂਦਾ ਹੈ। ਤੇ ਜਮ ਕੀ ਨੇ? ਕਾਮ ਕ੍ਰੋਧ ਲੋਭ ਆਦਿਕ ਜਮ ਨੇ ਨਾ, ਜੋ ਸਾਡੀ ਆਤਮਿਕ ਮੌਤ ਦਾ ਕਾਰਨ ਬਣਦੇ। ਤਾਂ ਵਿਕਾਰਾਂ ਦੇ ਜਿਹੜੇ ਜਮ ਨੇ ਉਹ ਬੰਦੇ ਤੋਂ ਦੂਰ ਨਸ ਜਾਂਦੇ ਨੇ ਜਦੋਂ ਬੰਦੇ ਦੇ ਹਿਰਦੇ ਵਿੱਚ ਰੱਬੀ ਗੁਣ ਵਸਦੇ ਨੇ, ਜਦੋਂ ਬੰਦਾ ਰੱਬੀ ਰਜਾ ਵਿੱਚ ਤੁਰਦਾ ਹੈ। ਪ੍ਰਭ ਕੈ ਸਿਮਰਨ ਕਾਲ ਪਰਹਰੈ। ਪਰਹਰੈ ਦਾ ਮਤਲਬ ਪਰੇ ਹਟ ਜਾਂਦਾ ਹੈ। ਜਦੋਂ ਪ੍ਰਭੂ ਦਾ ਸਿਮਰਨ ਕਰਦਾ ਹੈ, ਸਿਮਰਨ ਦਾ ਮਤਲਬ ਯਾਦ, ਰੱਬੀ ਗੁਣਾਂ ਨੂੰ ਯਾਦ ਕਰਦਾ ਹੈ। ਜਦੋਂ ਬੰਦੇ ਦੇ ਮੈਂਟੈਲਿਟੀ, ਮਾਨਸਿਕਤਾ ਵਿੱਚ ਯਾਦ ਦੇ ਅੰਦਰ ਰੱਬ ਦੇ ਗੁਣ ਹੁੰਦੇ ਨੇ, ਕਾਲ ਪਰਹਰੈ, ਉਦੋਂ ਮੌਤ ਦੂਰ ਹੋ ਜਾਂਦੀ ਹੈ, ਆਤਮਿਕ ਮੌਤ ਨਹੀਂ ਹੁੰਦੀ। ਦੇਖੋ ਬੰਦਾ ਮਰਦਾ ਕਦੋਂ ਹੈ? ਜਦੋਂ ਅੰਦਰੋਂ ਸੱਚ ਨਿਕਲ ਜਾਏ, ਜਦੋਂ ਅੰਦਰੋਂ ਦਇਆ ਨਿਕਲ ਜਾਏ, ਉਦੋਂ ਬੰਦਾ ਮਰ ਜਾਂਦਾ ਨਾ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਆਖਾਂ ਜੀਵਾਂ ਵਿਸਰੈ ਮਰ ਜਾਉ। ਜਾਂ ਮਰਣੰ ਵਿਸਰਣੰ ਗੋਬਿੰਦ ਹੈ, ਜੀਵਨੰ ਹਰ ਨਾਮ ਤੇ ਆਵਣੈ। ਰੱਬ ਨੂੰ ਵਿਸਾਰ ਦੇਣਾ ਹੀ ਮੌਤ ਹੈ। ਤੇ ਜਦੋਂ ਰੱਬ ਯਾਦ ਹੈ ਨਾ, ਅੰਦਰ ਗੁਣ ਹੁੰਦੇ ਨੇ ਯਾਦ, ਉਦੋਂ ਆਤਮਿਕ ਮੌਤ ਨੇੜੇ ਨਹੀਂ ਹੁੰਦੀ, ਆਤਮਿਕ ਮੌਤ ਤੋਂ ਬੰਦਾ ਬਚ ਜਾਂਦਾ ਹੈ। ਪ੍ਰਭ ਕੈ ਸਿਮਰਨ ਦੁਸ਼ਮਨ ਤਰੈ। ਸਿਮਰਨ ਦਾ ਮਤਲਬ ਯਾਦ। ਰੱਬੀ ਗੁਣਾਂ ਨੂੰ ਯਾਦ ਕਰਨ ਦੇ ਨਾਲ ਦੁਸ਼ਮਣ ਟਲ ਜਾਂਦਾ ਹੈ। ਤੇ ਸਾਡਾ ਦੁਸ਼ਮਣ ਕੌਣ ਹੈ? ਹੁਣ ਮੇਰੇ ਦੁਸ਼ਮਣ ਬੰਦੇ ਤਾਂ ਹੈ ਨਹੀਂ, ਮੇਰੇ ਅਸਲੀ ਦੁਸ਼ਮਣ ਤਾਂ ਪਾਪ ਔਰ ਵਿਕਾਰ ਨੇ, ਔਰ ਅਸਲੀ ਸੱਜਣ ਮੇਰੇ ਗੁਣ ਨੇ। ਹੁਣ ਜਿਹੜੇ ਲੋਕ ਦੁਸ਼ਮਣੀ ਕਮਾ ਰਹੇ ਨੇ, ਉਹ ਕਿਉਂ ਕਮਾ ਰਹੇ ਨੇ? ਕਿ ਉਹਨਾਂ ਦੇ ਅੰਦਰ ਪਾਪ ਨੇ। ਮੰਨ ਲਓ ਕਿਸੇ ਬੰਦੇ ਨੂੰ ਕਿਸੇ ਨੇ ਬੇਮਤਲਬਾ ਹੀ ਕਤਲ ਕਰ ਦਿੱਤਾ, ਤਾਂ ਉਹ ਦੁਸ਼ਮਣ ਬਣ ਗਿਆ ਨਾ, ਉਹਦੇ ਲਈ ਮੌਤ ਦਾ ਕਾਰਨ ਬਣਿਆ, ਕਿਉਂਕਿ ਉਸ ਬੰਦੇ ਦੇ ਅੰਦਰ ਪਾਪ ਔਰ ਵਿਕਾਰ ਸੀ। ਪਾਪ ਔਰ ਵਿਕਾਰ ਹੀ ਮਨੁੱਖਤਾ ਦੇ ਦੁਸ਼ਮਣ ਨੇ। ਝੂਠ ਹੀ ਦੁਸ਼ਮਣ ਹੈ, ਲੋਭ ਦੁਸ਼ਮਣ ਹੈ, ਈਗੋ ਦੁਸ਼ਮਣ ਹੈ। ਤਾਂ ਇਹ ਜਿਹੜੇ ਮਨੁੱਖਤਾ ਦੇ ਦੁਸ਼ਮਣ ਨੇ, ਇਹ ਟਲ ਜਾਂਦੇ ਨੇ, ਖਤਮ ਹੋ ਜਾਂਦੇ ਨੇ ਜਦੋਂ ਰੱਬੀ ਗੁਣ ਅੰਦਰ ਹੁੰਦੇ ਨੇ। ਸਤ ਸੰਤੋਖ ਦਇਆ ਧਰਮ ਧੀਰਜ ਗਿਆਨ ਵਿਰਾਗ ਨਿਮਾਨਤਾ ਸੇਵਾ ਸਿਮਰਨ ਪ੍ਰੇਮ ਕੁਰਬਾਨੀ ਨਿਰਭੈਤਾ ਨਿਰਵੈਰਤਾ, ਇਹ ਗੁਣ ਜਦੋਂ ਬੰਦੇ ਦੀ ਯਾਦ ਵਿੱਚ ਹੋਣ ਤਾਂ ਉਸ ਮਨੁੱਖ ਦੇ ਜੀਵਨ ਤੋਂ ਵਿਕਾਰ ਟਲ ਜਾਂਦੇ, ਦੁਸ਼ਮਣ ਟਲ ਜਾਂਦੇ। ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ। ਪ੍ਰਭੂ ਨੂੰ ਯਾਦ ਕਰਦਿਆਂ ਆਤਮਿਕ ਜੀਵਨ ਦੇ ਰਾਸਤੇ ਵਿੱਚ ਕੋਈ ਰੁਕਾਵਟ ਨਹੀਂ ਪੈਂਦੀ, ਕੋਈ ਰੁਕਾਵਟ ਉਹਨੂੰ ਰੋਕ ਨਹੀਂ ਸਕਦੀ, ਕੋਈ ਰੁਕਾਵਟ ਆਪਣਾ ਪ੍ਰਭਾਵ ਨਹੀਂ ਪਾਉਂਦੀ। ਜਦੋਂ ਰੱਬੀ ਯਾਦ ਦੇ ਵਿੱਚ ਬੰਦਾ ਜੁੜਿਆ ਹੁੰਦਾ ਹੈ, ਜਦੋਂ ਰੱਬੀ ਹੁਕਮ ਦੇ ਅੰਦਰ ਤੁਰ ਰਿਹਾ ਹੁੰਦਾ ਹੈ, ਜਦੋਂ ਰੱਬੀ ਗੁਣਾਂ ਮੁਤਾਬਕ ਜ਼ਿੰਦਗੀ ਜੀ ਰਿਹਾ ਹੁੰਦਾ ਹੈ, ਤੇ ਜੇ ਉਹਦੀ ਜ਼ਿੰਦਗੀ 'ਚ ਇਹ ਨਹੀਂ ਕਿ ਵਿਘਨ ਆਉਂਦੇ ਨਹੀਂ, ਵਿਘਨ ਆਉਂਦੇ ਨੇ, ਆਉਂਦੇ ਰਹਿਣਗੇ, ਦੁੱਖ ਆਉਣਗੇ, ਸੁੱਖ ਆਉਣਗੇ, ਲੇਕਿਨ ਜੋ ਰੱਬ ਦੀ ਰਜ਼ਾ ਵਿੱਚ ਤੁਰਨ ਵਾਲਾ ਹੈ, ਉਹਨਾਂ ਦੀ ਪਰਵਾਹ ਨਹੀਂ ਕਰੇਗਾ। ਕੋਈ ਵਿਘਨ ਉਹਨੂੰ ਉਹਦੀ ਮੰਜ਼ਿਲ ਤੇ ਪਹੁੰਚਣ ਤੋਂ
ਰੋਕ ਨਹੀਂ ਪਾਏਗਾ। ਹੁਣ ਦੇਖੋ ਕਿੱਡਾ ਵੱਡਾ ਵਿਘਨ ਹੈ ਨਾ, ਆਰੇ ਦੇ ਨਾਲ ਚਿਰਨਾ ਕੋਈ ਸੌਖੀ ਗੱਲ ਹੈ। ਸਾਡੇ ਵਰਗਾ ਹੁੰਦਾ ਤਾਂ ਛੱਡ ਕੇ ਭੱਜ ਜਾਂਦਾ ਨਾ। ਦੂਜੇ ਪਾਸੇ ਲਾਲਚ ਵੀ ਹੈ ਕਿ ਤੁਹਾਨੂੰ ਬਾਦਸ਼ਾਹ ਬਣਾ ਦਿੰਨੇ ਆ, ਜੰਗੀਰਾਂ ਦੇ ਦਿੰਨੇ ਆ, ਆਉਣ ਵਾਲੀਆਂ ਪੀੜ੍ਹੀਆਂ ਤੁਹਾਡੀਆਂ ਆਨੰਦ ਮਾਣਨਗੀਆਂ। ਦੂਜੇ ਪਾਸੇ ਜੇ ਨਹੀਂ ਤਾਂ ਫਿਰ ਆਰੇ ਨਾਲ ਚੀਰ ਦਿਆਂਗੇ। ਵਿਘਨ ਹੈ ਨਾ, ਪਰ ਕੀ ਇਹ ਵਿਘਨ ਉਹਨਾਂ ਨੂੰ ਰੋਕ ਸਕਿਆ? ਵਿਘਨ ਹੈ ਨਾ ਬੀਬੀਆਂ ਦੇ ਸਾਹਮਣੇ ਵੀ ਤੁਹਾਡੇ ਬੱਚੇ ਟੁਕੜੇ ਟੁਕੜੇ ਕਰ ਦਿਆਂਗੇ, ਇਸ ਤੋਂ ਵੱਡਾ ਵਿਘਨ ਕੀ ਹੋ ਸਕਦਾ? ਪਰ ਕੀ ਉਹ ਵਿਘਨ ਉਹਨਾਂ ਨੂੰ ਰੋਕ ਸਕਿਆ? ਤਾਂ ਜੋ ਸੱਚ ਦੇ ਰਾਹਾਂ ਤੇ ਤੁਰਦੇ ਨੇ, ਜੋ ਰੱਬੀ ਰਜ਼ਾ ਦੇ ਵਿੱਚ ਤੁਰਦੇ ਨੇ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਗੋਲ ਇਹ ਬਣਾ ਲਿਆ, ਜੋ ਰੱਬੀ ਗੁਣਾਂ ਨੂੰ ਗਾਉਂਦੇ ਨੇ, ਉਹਨਾਂ ਦੇ ਆਤਮਿਕ ਜੀਵਨ ਵਿੱਚ ਕੋਈ ਵਿਘਨ ਉਹਨਾਂ ਨੂੰ ਰੋਕ ਨਹੀਂ ਪਾਉਂਦਾ। ਪ੍ਰਭ ਕੈ ਸਿਮਰਨ ਅਨਦਿਨ ਜਾਗੈ, ਰੱਬ ਦੇ ਗੁਣਾਂ ਨੂੰ ਯਾਦ ਜੋ ਰੱਖਦਾ ਹੈ, ਜੋ ਰੱਬ ਦੇ ਹੁਕਮ ਵਿੱਚ ਤੁਰਦਾ ਹੈ, ਹੁਕਮ ਰਜ਼ਾਈ ਚੱਲਦਾ ਹੈ। ਅਨਦਿਨ ਜਾਗੇ ਦਾ ਮਤਲਬ ਉਹ ਦਿਨ ਰਾਤ ਜਾਗਦਾ ਹੈ। ਹੁਣ ਇਹਦਾ ਮਤਲਬ ਇਹ ਨਹੀਂ ਕਿ ਉਹ ਸੌਂਦਾ ਨਹੀਂ ਹੈ। ਸੌਣਾ ਬਹੁਤ ਜ਼ਰੂਰੀ ਹੈ। 6 ਤੋਂ ਲੈ ਕੇ 8 ਘੰਟੇ ਤੱਕ ਨੀਂਦ ਹਰ ਬੰਦੇ ਨੂੰ ਚਾਹੀਦੀ ਹੈ। ਇੱਥੇ ਜਾਗਣ ਦਾ ਮਤਲਬ ਹੈ ਸੁਚੇਤ ਰਹਿਣ ਦੇ ਕੰਮ ਵੱਲੋਂ। ਉਹ ਇਸ ਗੱਲ ਦਾ ਫਿਕਰ ਰੱਖਦਾ ਹੈ ਕਿ ਮੇਰੇ ਤੋਂ ਕੋਈ ਮਾੜਾ ਕਰਮ ਨਾ ਹੋ ਜਾਏ, ਮੈਂ ਕਿਸੇ ਦੀ ਭਾਵਨਾ ਠੇਸ ਪਹੁੰਚਾਵਾਂ, ਚੰਗੀ ਭਾਵਨਾ, ਮੇਰੇ ਤੋਂ ਕਿਸੇ ਦਾ ਅਹਿਤ, ਮੈਂ ਕਿਸ ਦਾ ਬੁਰਾ ਨਾ ਕਰਾਂ, ਮੈਂ ਭਲਾ ਕਰਾਂ, ਮੈਂ ਚੰਗਾ ਕਰਾਂ, ਕੋਈ ਵਿਕਾਰ ਮੇਰੇ ਤੇ ਹਮਲਾ ਨਾ ਕਰੇ, ਮੈਂ ਕਿਸੇ ਵਿਕਾਰ ਦੇ ਵਿੱਚ ਨਾ ਡਿੱਗ ਜਾਵਾਂ, ਮੈਂ ਲੋਭ ਮੋਹ ਦੇ ਵਿੱਚ ਫਸ ਕੇ ਕਿਸ ਦਾ ਬੇਗਾਨਾ ਹੱਕ ਨਾ ਖਾ ਲਵਾਂ, ਮੈਂ ਰੱਬੀ ਰਜ਼ਾ ਤੋਂ ਕੁਛ ਉਲਟ ਨਾ ਕਰਾਂ, ਮੈਂ ਗੁਰਮਤ ਤੋਂ ਉਲਟ ਕੋਈ ਜ਼ਿੰਦਗੀ ਨਾ ਜੀਵਾਂ। ਉਹ ਸੁਚੇਤ ਰਹਿੰਦਾ ਇਹਨਾਂ ਚੀਜ਼ਾਂ ਤੋਂ। ਉਹ ਆਪਣੇ ਹਰ ਕਰਮ ਦਾ ਫੈਸਲਾ ਲੈਂਦਾ, ਚੰਗੀ ਤਰ੍ਹਾਂ ਸੋਚਦਾ ਹੈ ਕਿ ਜੋ ਮੈਂ ਕਰਮ ਕਰਨ ਲੱਗਾ ਇਹਦਾ ਰਿਜ਼ਲਟ ਕੀ ਨਿਕਲੇਗਾ, ਜੋ ਮੈਂ ਕੰਮ ਕਰਨ ਲੱਗਾ ਇਹਦੇ ਨਾਲ ਮੇਰਾ ਕੋਈ ਨੁਕਸਾਨ ਤੇ ਨਹੀਂ ਹੋਏਗਾ। ਦੂਜਾ ਉਹ ਸੋਚਦਾ ਹੈ ਕਿ ਜਿਹਦੇ ਵਾਸਤੇ ਮੈਂ ਕੰਮ ਕਰਨ ਲੱਗਾ ਉਹਦਾ ਨੁਕਸਾਨ ਤੇ ਨਹੀਂ ਹੋਏਗਾ। ਤੀਜਾ ਉਹ ਸੋਚਦਾ ਹੈ ਕਿ ਸਮਾਜ ਦਾ ਨੁਕਸਾਨ ਤੇ ਨਹੀਂ ਹੋਏਗਾ। ਜੇ ਮੇਰਾ ਵੀ ਨੁਕਸਾਨ ਨਹੀਂ, ਜਿਹਦੇ ਲਈ ਕੰਮ ਕਰਨਾ ਹੈ ਉਹਦਾ ਵੀ ਨੁਕਸਾਨ ਨਹੀਂ, ਸਮਾਜ ਦਾ ਵੀ ਨੁਕਸਾਨ ਨਹੀਂ, ਤਾਂ ਫਿਰ ਉਹ ਕੰਮ ਕਰੇਗਾ। ਮੇਰਾ ਵੀ ਭਲਾ, ਦੂਜਿਆਂ ਦਾ ਵੀ ਭਲਾ, ਉਹਨੂੰ ਕਹਿੰਦੇ ਨੇ ਕੰਮ। ਤੇ ਜਿਹਦੇ ਨਾਲ ਮੇਰਾ ਵੀ ਨੁਕਸਾਨ ਹੋ ਜਾਏ, ਕਿਸੇ ਦੂਜੇ ਦਾ ਵੀ, ਉਹ ਕੰਮ ਨਹੀਂ ਹੁੰਦਾ, ਉਹ ਚੜ੍ਹਾਉਣ ਹੁੰਦਾ, ਉਹ ਬੰਧਨ ਹੁੰਦੇ ਨੇ, ਉਹ ਜੰਜਾਲ ਹੁੰਦਾ ਹੈ, ਉਹ ਕਜੀਏ ਹੁੰਦੇ ਨੇ। ਇਸ ਲਈ ਜੋ ਰੱਬ ਦੇ ਗੁਣਾਂ ਨੂੰ ਯਾਦ ਰੱਖਦਾ ਹੈ, ਰੱਬੀ ਰਜ਼ਾ ਵਿੱਚ ਤੁਰਦਾ ਹੈ, ਉਹ ਦਿਨ ਰਾਤ ਪਾਈ ਸੁਚੇਤ ਰਹਿੰਦਾ ਹੈ। ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਰੱਬੀ ਯਾਦ ਵਿੱਚ ਜੁੜਿਆ, ਰੱਬ ਦੇ ਗੁਣਾਂ ਨੂੰ ਹਿਰਦੇ ਵਿੱਚ ਵਸਾਇਆ, ਮਨ ਵਚਨ ਕਰਮ ਕਰਕੇ ਰੱਬੀ ਗੁਣਾਂ ਦੇ ਧਾਰਨੀ ਹੋਇਆ, ਰੱਬ ਦੇ ਹੁਕਮ ਨੂੰ ਯਾਦ ਰੱਖਿਆ, ਕੁਛ ਭਉ ਨਹੀਂ ਵਿਆਪਦਾ, ਕੋਈ ਡਰ ਦਬਾਅ ਨਹੀਂ ਪਾਉਂਦਾ। ਉਹ ਕਿਸੇ ਤੋਂ ਡਰਦਾ ਹੋਇਆ ਫਿਰ ਝੂਠ ਨਹੀਂ ਬੋਲੇਗਾ। ਉਹਨੂੰ ਫੌਜਾਂ ਦਾ ਡਰ ਨਹੀਂ, ਉਹਨੂੰ ਵਿਕਾਰਾਂ ਦਾ ਡਰ ਨਹੀਂ, ਉਹਨੂੰ ਪਾਪਾਂ ਦਾ ਡਰ ਨਹੀਂ, ਉਹਨੂੰ ਅਪਰਾਧਾਂ ਦਾ ਡਰ ਨਹੀਂ। ਉਹ ਬੇਪਰਵਾਹ ਹੈ ਕਿਉਂਕਿ ਉਹਨੇ ਅਪਰਾਧ ਪਾਪ ਕਰਨੇ ਨਹੀਂ, ਉਹਦੇ ਉੱਤੇ ਕੋਈ ਡਰ ਨਹੀਂ, ਉਹ ਫੋਬੀਆ ਆਦਿਕ ਦਾ ਸ਼ਿਕਾਰ ਨਹੀਂ ਹੁੰਦਾ। ਉਹਨੂੰ ਕਿਸੇ ਦਾ ਡਰ ਨਹੀਂ, ਮੰਤਰਾਂ ਦਾ, ਜੰਤਰਾਂ ਦਾ, ਟੂਣਿਆਂ ਦਾ, ਤਵੀਤਾਂ ਦਾ, ਕੋਈ ਬਾਬਾ ਮੈਨੂੰ ਸਰਾਫ ਦੇ ਦੇਗਾ, ਦੇਵੀਆਂ ਦਾ, ਦੇਵਤਿਆਂ ਦਾ। ਹੁਣ ਡਰੇਗਾ ਤੇ ਉਹ ਜਿਹੜਾ ਪਾਪ ਕਮਾਏਗਾ। ਸੋ ਡਰੇ ਜੇ ਪਾਪ ਕਮਾਉਣ ਦਾ, ਧਰਮੀ ਵਿਗਸੇਤ। ਜਿਹਨੇ ਕੋਈ ਪਾਪ ਹੀ ਨਹੀਂ ਕੀਤਾ ਉਹਨੂੰ ਡਰ ਕਾਹਦਾ? ਡਰ ਤੇ ਉਹਨੂੰ ਜਿਹੜਾ ਪਾਪ ਕਰ ਰਿਹਾ। ਮੈਨੂੰ ਤੁਹਾਡੇ ਤੋਂ ਡਰ ਤਾਂ ਲੱਗੇਗਾ ਨਾ ਜੇ ਮੈਂ ਤੁਹਾਡੇ ਵਿਰੋਧ ਵਿੱਚ ਕੁਛ ਕੀਤਾ ਹੋਏਗਾ। ਤੇ ਜਦੋਂ ਮੈਂ ਤੁਹਾਡੇ ਵਿਰੋਧ ਵਿੱਚ ਕੀਤਾ ਹੀ ਕੁਛ ਨਹੀਂ, ਤੁਹਾਡੀ ਚੁਗਲੀ ਨਹੀਂ ਕੀਤੀ, ਨਿੰਦਾ ਨਹੀਂ ਕੀਤੀ, ਚੋਰੀ ਨਹੀਂ ਕੀਤੀ, ਮੈਂ ਕੋਈ ਮਾੜਾ ਕਰਮ ਨਹੀਂ ਕੀਤਾ, ਤੇ ਡਰ ਕਾਹਦਾ? ਤਾਂ ਰੱਬੀ ਰਜ਼ਾ ਵਿੱਚ ਤੁਰਨ ਦੇ ਨਾਲ ਕੋਈ ਭਉ, ਕੋਈ ਡਰ ਉਹਦੇ ਉੱਤੇ ਦਬਾਅ ਨਹੀਂ ਪਾਉਂਦਾ। ਰੱਬ ਕੇ ਸਿਮਰਨ ਦੁੱਖ ਨਾ ਸੰਤਾਪੈ। ਸੰਤਾਪੈ ਦਾ ਮਤਲਬ ਤੰਗ ਕਰਨਾ। ਪ੍ਰਭੂ ਦੀ ਯਾਦ ਵਿੱਚ ਜੁੜਿਆ, ਰੱਬ ਦੇ ਗੁਣ ਮਨ ਵਚਨ ਕਰਮ ਕਰਕੇ ਗਾਵਿਆਂ, ਰੱਬ ਦੀ ਰਜ਼ਾ ਵਿੱਚ ਤੁਰਨ ਦੇ ਨਾਲ ਕੋਈ ਦੁੱਖ ਸੰਤਾਪ ਨਹੀਂ ਦਿੰਦਾ, ਵਿਆਕੁਲ ਨਹੀਂ ਕਰਦਾ। ਦੁੱਖ ਆ ਜਾਂਦੇ ਨੇ ਪਰ ਵਿਆਕੁਲ ਨਹੀਂ ਕਰਦੇ, ਸੰਤਾਪ ਨਹੀਂ ਦਿੰਦੇ। ਉਹ ਦੁੱਖ ਤੋਂ ਭੈਭੀਤ ਹੋ ਕੇ ਸੱਚ ਨੂੰ ਛੱਡਦਾ ਨਹੀਂ। ਕੀ ਹੋਣਾ? ਦੁੱਖ ਹੈ ਤੇ ਸੱਚ ਨੂੰ ਛੱਡਦੇ ਹਾਂ। ਅਸੀਂ ਕੀ ਕਰਦੇ ਹਾਂ? ਜੇ ਸਾਡੀ ਜ਼ਿੰਦਗੀ ਵਿੱਚ ਸੁੱਖ ਆ ਜਾਏ, ਕੋਈ ਨਵਾਂ ਮਕਾਨ ਲੈ ਲਈਏ, ਕੋਈ ਅਸੀਂ ਬੱਚੇ ਦੀ ਸ਼ਾਦੀ ਕਰੀਏ, ਜਨਮ ਦਿਨ ਮਨਾਈਏ,
ਤਾਂ ਅਸੀਂ ਉੱਥੇ ਪਰਵਾਹ ਨਹੀਂ ਕਰਦੇ, ਗੁਰਮਤਿ ਦੀਆਂ ਧੱਜੀਆਂ ਉਡਾ ਦਿੰਦੇ ਆ, ਸ਼ਰਾਬਾਂ ਤੇ ਹੋਰ ਕਈ ਕੁਛ ਸੁੱਖ ਆ ਜਾਏ ਤਾਂ ਵੀ ਅਸੀਂ ਸੱਚ ਨਾਲੋਂ ਟੁੱਟ ਜਾਂਦੇ ਆ, ਹੰਕਾਰੀ ਹੋ ਜਾਂਦੇ ਆ। ਤੇ ਦੁੱਖ ਆ ਜਾਏ ਤਾਂ ਵੀ ਅਸੀਂ ਸੱਚ ਨੂੰ ਛੱਡ ਦਿੰਦੇ ਆ। ਮਾੜੀ ਜੀ ਸਿਰ ਪੀੜ ਹੋਵੇ, ਪੈਰਾਸੀਟਾਮੋਲ ਦੀ ਗੋਲੀ ਨਹੀਂ ਖਾਂਦੇ, 51 ਪਾਉਂਡ ਦੇ ਕੇ ਬਾਬੇ ਤੋਂ ਜਲ ਲੈ ਆਉਂਦੇ, ਭੈਭੀਤ ਹੋ ਜਾਂਦਾ ਨਾ ਬੰਦਾ। ਤਾਂ ਗੁਰੂ ਜੀ ਕਹਿੰਦੇ ਨੇ, ਜੋ ਰੱਬੀ ਰਜਾ ਨੂੰ ਸਮਝਦਾ ਹੈ, ਰੱਬ ਦੀ ਰਜਾ ਵਿੱਚ ਤੁਰਦਾ ਹੈ, ਰੱਬੀ ਗੁਣਾਂ ਦਾ ਜੋ ਧਾਰਨੀ ਹੈ, ਉਹਦੇ ਤੇ ਕੋਈ ਦੁੱਖ ਪ੍ਰਭਾਵ ਨਹੀਂ ਪੈਂਦਾ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਇੱਥੇ ਸਾਧ ਦਾ ਅਰਥ ਹੈ ਗੁਰੂ। ਸਾਧ ਦਾ ਅਰਥ ਕੋਈ ਮੇਰੇ ਵਰਗਾ ਬੰਦਾ ਨਹੀਂ ਕਿ ਜਿਹਨੇ ਧਾਰਮਿਕ ਪਹਿਨਾਵਾ ਪਹਿਨਿਆ ਹੋਇਆ ਹੈ, ਲੰਬਾ ਸਾਰਾ ਚੋਲਾ ਪਾਇਆ ਹੈ, ਜਾਂ ਗ੍ਰਸਤ ਦਾ ਤਿਆਗ ਕਰ ਗਿਆ ਹੈ, ਜਾਂ ਉਹਨੇ ਕੋਈ ਹੋਰ ਆਪਣਾ ਵੱਖਰਾ ਭੇਖ ਬਣਾਇਆ। ਉਹਦਾ ਮਤਲਬ ਨਹੀਂ ਹੈ। ਕਿ ਸਾਧ ਦਾ ਮਤਲਬ ਹੈ ਗੁਰੂ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਜੋ ਪ੍ਰਭੂ ਦਾ ਸਿਮਰਨ ਹੈ, ਰੱਬ ਦੀ ਜੋ ਯਾਦ ਹੈ, ਰੱਬ ਦੇ ਜੋ ਗੁਣ ਨੇ, ਉਹ ਗੁਰੂ ਦੀ ਸੰਗਤ ਵਿੱਚੋਂ ਮਿਲਣਗੇ, ਗੁਰੂ ਦੀ ਸ਼ਰਨ ਵਿੱਚੋਂ ਮਿਲਣਗੇ, ਗੁਰੂ ਦੇ ਦੱਸੇ ਰਾਹਾਂ ਤੇ ਤੁਰਿਆ ਮਿਲਣਗੇ। ਇਸ ਲਈ ਅਸੀਂ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਆਪ ਪੜ੍ਹੀਏ, ਗੁਰਬਾਣੀ ਦੀ ਅਸੀਂ ਵਿਚਾਰ ਆਪ ਕਰੀਏ, ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵੀਏ ਤਾਂ ਐਸੀ ਜੀਵਨੀ ਸਾਨੂੰ ਮਿਲ ਜਾਏਗੀ। ਗੁਰਦੁਆਰਾ ਸਾਹਿਬ ਜਾਈਏ, ਸੰਗਤ ਕਰੀਏ, ਗੁਰਦੁਆਰਾ ਸਾਹਿਬ ਜਾਈਏ, ਘੜੀ ਜੇ ਅਸੀਂ ਕਰ ਸਕਦੇ ਹਾਂ ਚੌਰ ਸਾਹਿਬ ਦੀ ਸੇਵਾ ਕਰੀਏ, ਹੋਰ ਉੱਥੇ ਗੁਰੂ ਦੀ ਪਾਵਨ ਬਾਣੀ ਪੜ੍ਹੀਏ, ਸੁਣੀਏ, ਵਿਚਾਰੀਏ, ਆਪ ਵਿਚਾਰੀਏ, ਘਰ ਵਿੱਚ ਬੈਠ ਕੇ ਪੜ੍ਹੀਏ। ਅੱਜ ਤਾਂ ਸਹੂਲਤਾਂ ਬੜੀਆਂ ਨੇ, ਹਰ ਇਨਸਾਨ ਦੇ ਕੋਲ ਮੋਬਾਈਲ ਫੋਨ ਹੈ, ਇਹਦੇ ਵਿੱਚ ਕੋਈ ਵੀ ਐਪ ਡਾਊਨਲੋਡ ਕਰ ਲਓ, ਬਹੁਤ ਸਾਰੀਆਂ ਐਪਸ ਫ੍ਰੀ ਨੇ, ਔਰ ਹਰ ਐਪ ਦੇ ਵਿੱਚ ਭਾਈ ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਟੀਕਾ ਹੈ, ਤਾਂ ਉਹਦੇ ਮੀਨਿੰਗ ਆਪ ਪੜ੍ਹ ਲਓ। ਮੈਂ ਵੀ ਤਾਂ ਤੁਹਾਨੂੰ ਪੜ੍ਹ ਕੇ ਸੁਣਾ ਰਿਹਾ, ਮੀਨਿੰਗ ਆਪ ਪੜ੍ਹੋ, ਹਰ ਸਿੱਖ ਆਪ ਪੜ੍ਹੇ, ਗੁਰਬਾਣੀ ਨੂੰ ਵਿਚਾਰੇ, ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵੇ, ਗੁਣ ਆ ਜਾਣਗੇ। ਇੱਕ ਪ੍ਰਣ ਕਰਨਾ ਹੈ ਸਿਰਫ ਕਿ ਮੈਂ ਬਈ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵਾਂ। ਜੋ ਗੁਰੂ ਗ੍ਰੰਥ ਸਾਹਿਬ ਜੀ ਮੈਨੂੰ ਉਪਦੇਸ਼ ਕਰਦੇ ਨੇ, ਮੈਂ ਉਸ ਉਪਦੇਸ਼ ਨੂੰ ਮੰਨਣਾ ਹੈ। ਜੋ ਗੁਰੂ ਜੀ ਮੈਨੂੰ ਵੇ ਆਫ ਲਾਈਫ ਦੇ ਰਹੇ ਨੇ, ਮੈਂ ਉਸ ਵੇ ਆਫ ਲਾਈਫ ਨੂੰ ਅਪਣਾ ਲੈਣਾ ਹੈ। ਇੱਕ ਤਾਂ ਸਾਡੇ ਵਾਦ ਵਿਵਾਦ ਖਤਮ ਹੋ ਜਾਣਗੇ, ਮੇਰ ਤੇਰ ਦੇ ਵਿਤਕਰੇ ਮਿਟ ਜਾਣਗੇ, ਮਨੁੱਖੀ ਸੋਚ ਵਿੱਚੋਂ ਵਿਕਾਰ ਨਿਕਲ ਜਾਣਗੇ, ਮਨੁੱਖ ਰੱਬ ਵਰਗਾ ਹੋ ਕੇ ਜੀ ਸਕੇਗਾ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਇਹ ਬਾਣੀ ਗਾਣ ਦੇ ਨਾਲ ਰਸਨਾ ਰਸ ਵਿੱਚ ਸਮਾ ਜਾਏਗੀ, ਮਨ ਪਵਿੱਤਰ ਹੋ ਜਾਏਗਾ, ਸੋਚ ਪਵਿੱਤਰ ਹੋ ਜਾਏਗੀ, ਵਿਹਾਰ ਪਵਿੱਤਰ ਹੋ ਜਾਏਗਾ। ਚਾਰ ਚੁਫੇਰੇ ਰੱਬ ਦਾ ਨੂਰ, ਉਹਦਾ ਜ਼ਹੂਰ, ਉਹਦਾ ਜਲਵਾ, ਉਹਦਾ ਰੂਪ ਨਜ਼ਰੀ ਪਵੇਗਾ, ਸੋਚ ਬਦਲੇਗੀ। ਇਸ ਲਈ ਪ੍ਰਭ ਕਾ ਸਿਮਰਨ ਸਾਧ ਕੇ ਸੰਗ, ਜੋ ਪ੍ਰਭੂ ਦੇ ਗੁਣ ਨੇ, ਰੱਬ ਦੀ ਜੋ ਯਾਦ ਹੈ, ਉਹ ਗੁਰੂ ਦੀ ਸ਼ਰਨ ਵਿੱਚੋਂ ਮਿਲੇਗੀ। ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਸਾਨੂੰ ਇਹ ਬਾਤ ਮਿਲ ਸਕਦੀ ਹੈ ਕਿ ਅਸੀਂ ਰੱਬ ਦੇ ਹੁਕਮ ਵਿੱਚ ਤੁਰ ਸਕੀਏ। ਰੱਬ ਦੇ ਹੁਕਮ ਦੀ, ਰੱਬ ਦੇ ਗੁਣਾਂ ਦੀ ਸੂਝ ਔਰ ਸਮਝ ਗੁਰੂ ਦੀ ਸ਼ਰਨ ਵਿੱਚ ਆਏਗੀ। ਸਰਬ ਨਿਧਾਨ ਨਾਨਕ ਹਰ ਰੰਗ, ਇੱਥੇ ਰੰਗ ਦਾ ਮਤਲਬ ਹੈ ਪਿਆਰ, ਤੇ ਰੰਗ ਦੇ ਗੱਗੇ ਨਾਲ ਸਿਹਾਰੀ ਹੈ ਪਿਆਰ ਵਿੱਚ। ਸਰਬ ਨਿਧਾਨ ਦਾ ਮਤਲਬ ਸਾਰੇ ਖਜ਼ਾਨੇ, ਸੁੱਖਾਂ ਦੇ ਖਜ਼ਾਨੇ। ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਹਨ ਕਿ ਹੇ ਭਾਈ, ਅਕਾਲ ਪੁਰਖ ਦੇ ਪਿਆਰ ਵਿੱਚ ਦੁਨੀਆ ਦੇ ਸਾਰੇ ਸੁੱਖਾਂ ਦੇ ਖਜ਼ਾਨੇ ਨੇ। ਸੁੱਖਾਂ ਦੇ ਖਜ਼ਾਨੇ ਜਿਵੇਂ ਸਮੁੰਦਰ ਹੈ, ਗੁਰੂ ਸੁੱਖਾਂ ਦਾ ਸਾਗਰ ਹੈ, ਔਰ ਜਿਹੜੇ ਸੁੱਖਾਂ ਦਾ ਸਮੁੰਦਰ ਹੈ ਤੁਹਾਡੇ ਅੰਦਰ ਭਰਿਆ ਹੈ, ਮੇਰੇ ਅੰਦਰ ਭਰਿਆ ਹੈ, ਹਰ ਇੱਕ ਦੇ ਅੰਦਰ ਇਹ ਸ਼ੁਭ ਗੁਣ ਨੇ। ਇਹ ਗੱਲ ਕਹਿ ਕੇ ਮੈਂ ਸਮਾਪਤੀ ਕਰਾਂ। ਸਮੁੰਦਰ ਤੇ ਜਾਓ ਖਾਲੀ ਹੱਥੀਂ ਤੇ ਖਾਲੀ ਹੱਥੀਂ ਆ ਜਾਓ। ਚਮਚਾ ਲੈ ਜਾਓ, ਚਮਚਾ ਪਾਣੀ ਦਾ ਭਰ ਲਿਓ, ਕੁੱਜੀ ਲੈ ਜਾਓ, ਕੁੱਜੀ ਭਰ ਲਿਓ, ਡਰਮ ਲੈ ਜਾਓ, ਡਰਮ ਭਰ ਲਿਓ, ਟੈਂਕਰ ਲੈ ਜਾਓ, ਟੈਂਕਰ ਭਰ ਲਿਓ। ਸਮੁੰਦਰ ਨੇ ਨਾ ਨਹੀਂ ਕਰਨੀ, ਨਾ ਉਹਨੂੰ ਕੋਈ ਘਾਟਾ ਪੈਣਾ। ਜਿੰਨਾ ਮਰਜ਼ੀ ਪਾਣੀ ਲੈ ਆਓ, ਜਿੰਨੀ ਚਾਹਤ ਲੈ ਆਓ, ਪਰ ਲਿਆਓਗੇ ਉਹਨਾਂ ਜਿੰਨਾ ਤੁਹਾਡੇ ਕੋਲ ਬਰਤਨ ਹੈ। ਜੇ ਚਮਚਾ ਲੈ ਕੇ ਗਏ ਹੋ ਤੇ ਚਮਚਾ ਹੀ ਲਿਆਓਗੇ ਨਾ, ਚਮਚੇ ਦੇ ਵਿੱਚ ਡਰਮ ਜਿੰਨਾ ਪਾਣੀ ਤੇ ਨਹੀਂ ਪੈਣਾ। ਜੇ ਡਰਮ ਲੈ ਕੇ ਗਏ ਹੋ ਤੇ ਟੈਂਕਰ ਜਿੰਨਾ ਪਾਣੀ ਲਿਆ ਹੀ ਨਹੀਂ ਸਕਦੇ, ਕਿਉਂਕਿ ਡਰਮ ਦੇ ਵਿੱਚ ਤੇ ਉਹਨਾਂ ਕੀ ਪਵੇਗਾ ਨਾ। ਤਾਂ ਰੱਬ ਸੁੱਖਾਂ ਦਾ ਸਾਗਰ ਹੈ, ਗੁਰੂ ਸੁੱਖਾਂ ਦਾ ਸਾਗਰ ਹੈ, ਪਰ ਇਥੋਂ ਸੁੱਖ ਤੇ ਉਹਨੇ ਮਿਲਣਗੇ ਨਾ ਜਿੰਨਾ ਵਿਸ਼ਵਾਸ ਹੈ, ਜਿੰਨਾ ਸਾਡੀ ਕੀਰਤਕਾਰ ਹੈ। ਜੇ ਸਾਡਾ ਵਿਸ਼ਵਾਸ ਚਮਚੇ ਜਿੰਨਾ ਹੈ ਤੇ ਚਮਚਾ ਜਿੰਨਾ ਸੁੱਖ ਲੈ ਲਓ। ਜੇ ਵਿਸ਼ਵਾਸ ਨਹੀਂ ਤਾਂ ਖਾਲੀ ਹੱਥੀਂ ਰਹਿ ਜਾਓ। ਜੇ ਵਿਸ਼ਵਾਸ ਮਨਾ ਮੁਈ ਹੈ ਤਾਂ ਮਨਾ ਮੁਈ ਸੁੱਖ ਪਾ ਲਓ। ਗੱਲ ਤਾਂ ਕਰਨ ਦੀ, ਜਿੰਨਾ ਕਰੋਗੇ, ਜਿੰਨਾ ਗੁਰੂ ਨਾਲ ਪਿਆਰ ਕਰੋਗੇ,
ਤਾਂ ਗੁਰੂ ਜੀ ਕਹਿੰਦੇ ਨੇ ਜੋ ਰੱਬੀ ਪਿਆਰ ਹੈ, ਰੱਬ ਦੇ ਗੁਣਾਂ ਦਾ ਪਿਆਰ ਹੈ ਨਾ, ਸੁੱਖਾਂ ਦਾ ਖਜ਼ਾਨਾ ਹੈ। ਸੱਚ ਦੇ ਨਾਲ ਪਿਆਰ ਤੇ ਕਰਕੇ ਵੇਖੋ ਜ਼ਿੰਦਗੀ ਬਦਲ ਜਾਏਗੀ। ਪ੍ਰੇਮ ਵਾਲੀ ਜ਼ਿੰਦਗੀ ਤੇ ਜੀ ਕੇ ਦੇਖੋ ਸੁੱਖ ਹੀ ਸੁੱਖ ਆ ਜਾਣਗੇ। ਦਇਆ ਵਾਲੀ ਜ਼ਿੰਦਗੀ ਜੀਵੋ, ਨਿਰਭੈਤਾ ਵਾਲੀ ਜ਼ਿੰਦਗੀ ਜੀਵੋ, ਗੁਰਮਤਿ ਆਸ਼ੇ ਅਨੁਸਾਰ ਜੀਵਨ ਤੇ ਦੇਖੋ ਤੁਹਾਡਾ ਜੀਵਨ ਸੁੱਖਾਂ ਦੇ ਨਾਲ ਭਰ ਜਾਏਗਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹੇ ਭਾਈ, ਰੱਬੀ ਪਿਆਰ ਦੇ ਅੰਦਰ ਸਾਰੇ ਸੁੱਖਾਂ ਦੇ ਖਜ਼ਾਨੇ ਨੇ। ਤਾਂ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਪ੍ਰਭੂ ਦੇ ਸਿਮਰਨ ਦੀ ਗੱਲ, ਨਾਮ ਦੀ ਗੱਲ ਕੀਤੀ ਹੈ। ਨਾਮ ਦਾ ਮਤਲਬ ਰੱਬ ਦਾ ਹੁਕਮ, ਨਾਮ ਦਾ ਮਤਲਬ ਰੱਬ ਦੇ ਗੁਣ, ਰੱਬ ਦੇ ਸਿਮਰਨ ਦਾ ਮਤਲਬ ਰੱਬੀ ਗੁਣਾਂ ਨੂੰ ਯਾਦ ਰੱਖਣਾ, ਰੱਬ ਦੀ ਰਜ਼ਾ ਦੇ ਅੰਦਰ ਮਨ, ਬਚਨ ਔਰ ਕਰਮ ਕਰਕੇ ਤੁਰਨਾ। ਔਰ ਜਿਹੜਾ ਵੀ ਮਨ, ਬਚਨ, ਕਰਮ ਕਰਕੇ ਰੱਬੀ ਰਜ਼ਾ ਵਿੱਚ ਤੁਰੇਗਾ, ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ ਰੱਬੀ ਗੁਣਾਂ ਦਾ ਧਾਰਨੀ ਹੋਏਗਾ, ਇਹ ਜਿਹੜਾ ਨਾਮ ਹੈ, ਰੱਬ ਦੇ ਗੁਣ, ਰੱਬ ਦਾ ਹੁਕਮ, ਇਹ ਸੁੱਖਾਂ ਦੀ ਮਣੀ ਹੈ, ਸੁੱਖਾਂ ਦਾ ਖਜ਼ਾਨਾ ਹੈ। ਔਰ ਉਹ ਬੰਦਾ ਸੁਖੀ ਔਰ ਸ਼ਾਂਤ ਹੋ ਜਾਏਗਾ। ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ। ਅੱਜ ਜੋ ਅਸਾਂ ਵਿਚਾਰਿਆ ਹੈ, ਪਹਿਲੀ ਅਸ਼ਟਪਦੀ ਦੇ 2 ਬੰਦ, ਇਹਨਾਂ ਦੇ ਵਿੱਚ ਅੱਜ ਦੀ ਵਿਚਾਰ ਵਿੱਚ ਜੇ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੋਏ ਤਾਂ ਉਹ ਸਵਾਲ ਕਰ ਸਕਦਾ ਹੈ। ਔਰ ਜੇ ਕੋਈ ਆਪਣੇ ਵਿਚਾਰ ਦੇਣੇ ਚਾਹੇ ਵਿਚਾਰ ਦੇ ਸਕਦਾ ਹੈ। ਵੀਰ ਜੀ ਤਰਲੋਚਨ ਸਿੰਘ ਜੀ ਹੁਣ ਅਨਮਿਊਟ ਹੋ ਰਹੇ ਨੇ, ਅਗਲੀ ਕਾਰਵਾਈ ਉਹ ਕਰਨਗੇ। ਮੇਰੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਜਿਹੜੇ ਵੀਰ ਫੇਸਬੁੱਕ ਤੇ ਸੁਣ ਰਹੇ ਨੇ, ਮੈਂ ਉਹਨਾਂ ਦਾ ਵੀ ਤਹਿ ਦਿਲ ਤੋਂ ਆਪਣੇ ਵੱਲੋਂ ਧੰਨਵਾਦ ਕਰਦਾ। ਆਪ ਸਾਰੇ ਵੀਰਾਂ ਦਾ ਧੰਨਵਾਦ ਜੋ ਬੜੇ ਪਿਆਰ ਦੇ ਨਾਲ ਸਰਵਣ ਕਰਦੇ ਹੋ। ਤੇ ਫੇਸਬੁੱਕ ਤੇ ਸੁਣਨ ਵਾਲੇ ਵੀਰ ਵੀ ਜੇ ਆਪਣੇ ਸੁਝਾਅ ਦੇਣੇ ਚਾਹੋ ਤਾਂ ਕਮੈਂਟ ਕਰਕੇ ਦੇ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ ਬਹੁਤ ਬਹੁਤ ਧੰਨਵਾਦ। ਤੇ ਅੱਜ ਅਸੀਂ ਪਹਿਲਾ ਦਿਨ ਹੈ ਜੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਿਹੜੀ ਵਿਚਾਰ ਹੋਈ ਹੈ, ਤੇ ਉਹਦੇ ਵਿੱਚ ਆਪ ਜੀ ਨੇ ਸਾਰਿਆਂ ਨੇ ਸਰਵਣ ਕਰ ਹੀ ਲਈ ਹੈ। ਤੇ ਉਹਦੇ ਵਿੱਚੋਂ ਜਿੱਦਾਂ ਹਮੇਸ਼ਾ ਦੀ ਤਰ੍ਹਾਂ ਕਿਸੇ ਨੇ ਕੋਈ ਸਵਾਲ ਪੁੱਛਣਾ ਹੋਵੇ ਜਾਂ ਕੋਈ ਨਹੀਂ ਸਮਝ ਆਈ ਜਾਂ ਆਪਣੇ ਵਿਚਾਰ ਦੇਣੇ ਆ, ਕੋਈ ਵੀ ਕਮੈਂਟ ਦੇਣਾ ਹੈਗਾ ਅੱਜ ਦੀ ਜਿਹੜੀ ਕਥਾ ਹੋਈ ਹੈ ਉਹਦੇ ਵਿੱਚੋਂ, ਜਾਂ ਅਦਰਵਾਈਜ਼ ਸੁਖਮਨੀ ਸਾਹਿਬ ਦੀ ਕੋਈ ਵੀ ਜਿਹੜੀ ਵਿਚਾਰ ਹੈਗੀ ਤੁਹਾਡੇ ਦਿਮਾਗ ਦੇ ਵਿੱਚ, ਉਹਦੇ ਬਾਰੇ ਕੋਈ ਗੱਲ ਕਰਨੀ ਹੈ ਤਾਂ ਤੁਸੀਂ ਅਨਮਿਊਟ ਹੋ ਜਾਓ ਤਾਂ ਕਿ ਅਸੀਂ ਪ੍ਰੋਗਰਾਮ ਅੱਗੇ ਚਲਾ ਸਕੀਏ। ਜੇ ਨਹੀਂ ਕੋਈ ਕਮੈਂਟ ਹੈਗੇ ਜੀ ਤਾਂ ਫਿਰ ਆਪਾਂ ਇੱਥੇ ਸਮਾਪਤੀ ਕਰ ਦਿੰਦੇ ਹਾਂ। ਕੋਈ ਅਨਮਿਊਟ ਨਹੀਂ ਜੀ ਹੋਇਆ, ਜੇ ਕਿਸੇ ਨੇ ਹੋਣਾ ਤਾਂ ਹੁਣ ਹੋ ਜਾਓ ਜੀ, ਨਹੀਂ ਤਾਂ ਅਸੀਂ ਸਮਾਪਤੀ ਕਰਨ ਲੱਗੇ ਹਾਂ। ਹਾਂਜੀ ਠੀਕ ਹੈ ਜੀ। ਫਿਰ ਅੱਜ ਜਿੰਨੀ ਵੀ ਕਥਾ ਹੋਈ ਹੈ ਜੀ, ਇਹਨੂੰ ਸਭ ਨੇ ਸਰਵਣ ਕਰ ਹੀ ਲਿਆ ਜੀ। ਤੇ ਕੱਲ ਨੂੰ ਫਿਰ ਆਪਾਂ ਮੁੜ ਕੇ ਜਿਹੜਾ ਇਹ ਤੋਂ ਅੱਗੇ ਕਥਾ ਹੈਗੀ ਉਹਦੀ ਸ਼ੁਰੂਆਤ ਕਰਾਂਗੇ, ਉੱਥੋਂ ਲੈ ਕੇ ਜਾਵਾਂਗੇ ਅੱਗੇ। ਤੇ ਅੱਜ ਇੱਥੇ ਵੀ ਆਪਾਂ ਸਮਾਪਤੀ ਕਰ ਦਿੰਦੇ ਜੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।